ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ 5 ਪੌੜੀਆਂ ਕਵਰ ਕਰ ਲਈਆਂ ਤਾਂ ਅੱਜ 6ਵੀਂ ਤਾਂ 7ਵੀਂ I'll try to do 2 of them today. They are short, but I was just telling everybody else before, they are complex in doing the meaning because a lot of scholars don't even agree with what the real meaning should be. But I'll give you my opinion, where I even differ from Bhai Sahib Singh if I don't agree with them, and why I support other one, or I don't support the other one and I support Bhai Sahib Singh. Okay, so pehla 7ਵੀਂ ਪੌੜੀ 6ਵੀਂ ਪੌੜੀ. Still keep in mind, actually whenever we got a superscript, that means there is a bindi with that one with the first letter from the right hand side. So nawa, pawa, vekha, lahi, kari, sabna, jiya. So ਇਹ ਰੱਖਣਾ ਹੈਗਾ ਕਿਉਂਕਿ ਉਹਨਾਂ ਮੀਨਿੰਗ ਜਿਹੜੇ ਬਹੁਤ ਕਲੀਅਰ ਹੋ ਜਾਂਦੇ ਜਦ ਤੁਸੀਂ ਪੜ੍ਹਦੇ। ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕਹਿ ਨਾਏ ਕਰੀ। ਜਿਹੜਾ ਨਾਏ ਹੁੰਦਾ ਇਹਨੂੰ ਨਾਏ ਨਹੀਂ ਪੜ੍ਹਨਾ, ਥੋੜਾ ਜਿਹਾ ਹਾਹੇ ਮੰਗ ਪੌੜਾ ਕਰਕੇ ਨਾ ਨਾਏ ਮੰਗ ਨਾਏ, ਜਿੱਦਾਂ ਅਸੀਂ ਕਹਿੰਦੇ ਨਹਾ ਕੇ ਆਏ ਆ, ਹਾਹਾ ਵੀ ਨਹੀਂ ਪੂਰਾ ਬੋਲਣਾ, ਨਹਾ ਕੇ ਨਾਏ, ਨਹਾ ਕੇ ਕੀ ਕਰਨਾ। ਜੇਤੀ ਸਿਰਫ ਪਾਈ ਵੇਖਾਂ ਬਿਨ ਕਰਮਾ ਕੇ ਮਨਾ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣ। ਗੁਰਾ ਇੱਕ ਦੇ ਬਜਾਈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮਾਨਕ ਸਜਾਈ। ਹੁਣ ਜਿਹੜੇ ਮਗਰਲੀ ਲਾਈਨ ਹੈਗੀ ਆ, ਇਟਸ ਕੰਟੀਨਿਊਏਸ਼ਨ ਫਰੋਮ ਦਾ ਲਾਸਟ ਪੌੜੀ। ਜਿੱਦਾਂ ਆਪਾਂ 5ਵੀਂ ਪੌੜੀ ਕੀਤੀ ਸੀ ਉਹਦੇ ਵਿੱਚ ਵੀ ਮਗਰਲੀ ਲਾਈਨ ਜਿਹੜੀ ਸੀ ਐਗਜ਼ੈਕਟਲੀ ਸੇਮ ਹੀ ਸੀਗੀ। ਗੁਰਾ ਇੱਕ ਦੇ ਬਜਾਈ ਸਭਨਾ ਜੀਵਾਂ ਦਾ। So we explain that one. I'll just go over that one, quickly later. Okay, let's move on. ਤੀਰਥ ਥੱਥੇ ਨੂੰ ਸਿਆਰੀ ਲੱਗੀ ਹੋਈ ਆ, ਇਹਦਾ ਮਤਲਬ ਤੀਰਥ ਦੇ ਉੱਤੇ ਸਕੇਸ ਐਟ ਦ ਪਿਲਗ੍ਰਿਮ ਪਲੇਸ ਮੈਂ ਨਾਲ ਪਾਤਾ, ਜਿੱਥੇ ਵੀ ਲੋਕੀ ਜਾ ਕੇ ਨਹਾਉਂਦੇ ਸੀਗੇ। ਨਾਵਾ ਇਹਨੂੰ ਪੜ੍ਹਨਾ ਹੈਗਾ ਨਾਵਾ। ਜਦ ਬਿੰਦੀ ਅਸੀਂ ਲਾਉਂਦੇ ਹਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਤਾਂ ਚਾਹੇ ਫਿਊਚਰ ਟੈਂਸ ਦੇ ਵਿੱਚ ਇਹ ਆ ਜਾਂਦਾ ਹੈਗਾ, ਤਾਂ ਨਾਲ ਮੈਂ ਜ਼ਰੂਰ ਲੱਗਦਾ ਆਈ, ਮੈਂ ਇਸ਼ਨਾਨ ਕਰਾਂ। ਓਕੇ, ਆਈ ਵੁੱਡ ਬੇਥ। ਦਿਸ ਬੜਾ ਮੁਸ਼ਕਿਲ ਹੁੰਦਾ ਜਦ ਤੁਸੀਂ ਦੇਖਦੇ ਅੱਜ ਵੀ ਆਰ ਗੋਇੰ ਟੂ ਬੀ little bit hung up on this, when we go to the second one. With this ਹੁਣ ਕਿਹਦੀ ਗੱਲ ਹੋ ਰਹੀ ਹੈਗੀ ਆ ਵੀ who are they calling this, in this case? ਇਹ ਸੋ ਬੰਦੇ ਦੀ ਗੱਲ ਹੋ ਰਹੀ ਆ ਜਾਂ ਅਸੀਂ ਰੱਬ ਦੀ ਗੱਲ ਕਰ ਰਹੇ ਹੈਗੇ। ਸੋ ਇੱਥੇ ਜਿਹੜਾ ਹੈਗਾ ਇਸ referring to God. It's not that hard to actually look that one and say ਜੇ ਤਿਸ ਭਾਵਾਂ। ਤਾਂ ਹੋਰ ਤਾਂ ਸਾਨੂੰ we don't want to actually please anybody or appease anybody, ਵੀ ਅਸੀਂ ਤਾਂ ਰੱਬ ਨੂੰ ਹੀ ਕਰਨਾ ਹੈਗਾ। ਸੋ ਇਹਦੇ ਵਿੱਚ ਬੜਾ ਸੌਖਾ ਸੀਗਾ ਇਹਦੇ ਵਿੱਚ ਕਰਨਾ to the God. ਭਾਵਾਂ again ਮੈਂ ਚੰਗਾ ਲੱਗਾ। ਓਕੇ, if I'm pleasing ਤਾਂ ਜਾਂ ਉਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੈਗੇ ਆ ਜਿੱਦਾਂ appealing ਜਾਂ pleasing, both of them ਚੰਗਾ ਲੱਗਾ। ਵਿਣ ਦਾ ਮਤਲਬ ਵਿਦਆਊਟ ਹੁੰਦਾ ਹੈਗਾ, ਜਿੱਥੇ ਵੀ ਆ ਜਾਵੇ। ਪਾਣੇ ਦਾ ਮਤਲਬ ਐਕਚੁਅਲੀ ਇਨ ਹਿਜ਼ ਅੰਡਰ ਹਿਜ਼ ਵਿਲ, ਜੋ ਕੁਛ ਉਹਨੂੰ ਚੰਗਾ ਲੱਗਦਾ ਉਹਦੇ ਪਾਣੇ ਦੇ ਵਿੱਚ। ਓਕੇ, ਵਿਦਆਊਟ ਪਲੀਜ਼ਿੰਗ ਹੈ ਕਿ ਨਾਏ ਕਰੀ। ਕਿ ਨਾਏ ਕੀ ਕਰੇ, ਮੈਂ ਨਹਾ ਕੇ ਕੀ ਕਰਾਂ, ਮੈਂ ਨਹਾ ਕੇ ਕੀ ਕਰਾਂ ਵੀ ਜੇ ਮੈਂ ਉਹਨੂੰ ਚੰਗਾ ਨਾ ਲੱਗਾ। ਓਕੇ, ਸੋ ਲੈਟਸ ਲੁੱਕ ਐਟ ਦ ਓਵਰਆਲ ਮੀਨਿੰਗ। I would bathe at the places of pilgrimage
if by doing so I become pleasing to God. ਉੱਥੇ ਤਾਂ ਮੈਂ ਤਾਂ ਹੀ ਨਾਵਾਂ ਨਾ ਜੇ ਉਹਦੇ ਨਾਲ I become appealing to ਵਾਹਿਗੁਰੂ। ਜੇ ਅਪੀਲ ਹੀ ਨਹੀਂ ਕਰਦਾ, ਮੈਂ ਪ੍ਰਸੰਨ ਨਹੀਂ ਕਰ ਸਕਦਾ God ਨੂੰ, if I cannot please God, what the use of doing that? ਫਿਰ ਉਹਦਾ ਕਰਨ ਦਾ ਕੀ ਫਾਇਦਾ ਹੈਗਾ? ਤੇ ਜਿਹੜਾ ਸਾਡਾ ਆਬਜੈਕਟਿਵ ਹੈ ਲਾਈਫ ਦਾ, ਅਸੀਂ ਉਹ ਤਾਂ ਅਚੀਵ ਹੀ ਨਹੀਂ ਕਰ ਸਕਦੇ ਹੈਗੇ। ਸੋ ਸਾਡੇ ਉੱਤੇ ਉਹ ਜਿਹੜੀ ਮਿਹਰ ਦੀ ਨਜ਼ਰ ਨਹੀਂ ਕਰੂਗਾ। ਉਹਦਾ ਤਾਂ ਨਜ਼ਰ ਦੇ ਥੱਲੇ ਅਸੀਂ ਸਾਰੇ ਹੈਗੇ ਹਾਂ, ਪਰ ਅਸੀਂ we cannot get his graceful glance. Okay. So ਦੂਜਾ ਪਾਰਟ ਉਹਦੇ ਵਿੱਚ ਸੋ ਵਿਦਾਊਟ ਪਲੀਜ਼ਿੰਗ ਹੈ, what do I gain by pleasing at the pilgrimages? ਸੋ ਮੈਨੂੰ ਕੋਈ ਫਾਇਦਾ ਨਹੀਂ ਉਹਦੇ ਤੋਂ ਨਾ। ਪਹਿਲੀ ਪੌੜੀ ਦੇ ਨਾਲ ਹੀ ਇਹ ਚਲੇ ਜਾਂਦਾ ਹੈਗਾ ਜਿੱਥੇ ਸੋਚਿਆ ਸੋਚ ਨਾ ਹੋਵੇ। ਸੋ ਨਾ ਜਦ ਹਮੇਸ਼ਾ ਖਿਆਲ ਰੱਖੋ ਵੀ ਸਭ ਕੁਝ ਕੰਟੀਨਿਊਏਸ਼ਨ ਹੁੰਦੀ ਆ, ਵੀ ਜੋ ਕੁਝ ਉੱਥੇ ਕਿਹਾ ਆ ਯੂ ਕੈਨ ਰਿਲੇਟ ਇਟ ਬੈਕ ਟੂ, ਕਿਉਂਕਿ ਕਈ ਵਾਰੀ ਇਟਸ ਵੈਰੀ ਡਿਫਿਕਲਟ ਅਨਲੈਸ ਯੂ ਡੂ ਦੈਟ ਵੀ ਇਹ ਕਿੱਥੋਂ ਆ ਗਿਆ, ਵੀ where did this idea pop up, ਜਾਂ ਵੀ how does it relate to rest of the thing, so you got to actually keep that in mind. Okay. Next one. ਜੇਤੀ ਸਿਸ਼ਟ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਕਿ ਮਿਲਾ ਲਈ ਮੈਂ ਲੈ ਲਵਾਂ। ਮੈਂ ਜਾਣ ਕੇ ਉਹਦੇ ਵਿੱਚ ਕੌਮਾ ਪਾਇਆ ਕਿਉਂਕਿ ਭਾਈ ਸਾਹਿਬ ਸਿੰਘ ਨੇ ਕੌਮਾ ਨਹੀਂ ਪਾਇਆ ਹੈਗਾ, ਇੱਥੇ ਮੈਂ ਕੌਮਾ ਪਾਇਆ ਹੈਗਾ because it makes more sense, and ਭਾਈ ਜੋਗਿੰਦਰ ਸਿੰਘ ਜੀ actually pointed that out, actually when he did the meaning of ਇਹਦਾ ਮਤਲਬ ਕੀ ਹੈ, ਵੀ ਮੈਂ ਲੈ ਲਵਾਂ। when I do the meaning you will actually see that point. ਜੇਤੀ ਸਿਰਫ ਪਾਈ ਵੇਖਾਂ। Wait, why are you saying srist? Huh? Why are you saying srist? Oh, Sirt, right? ਸਿਰਸ਼ਟ। Sirt. ਮੈਂ ਸ੍ਰਿਸ਼ਟ ਮੇਰੇ ਮੂੰਹ, ਕਿਉਂਕਿ ਇਹਦਾ ਸਿਰਸ਼ਟ ਦਾ ਮਤਲਬ ਸ੍ਰਿਸ਼ਟ ਦਾ ਮਤਲਬ ਇਹ ਸ੍ਰਿਸ਼ਟੀ ਹੁੰਦਾ। ਓਕੇ, ਸੋ ਮੈਂ ਉਧਰ ਦੇਖਿਆ ਨਹੀਂ ਚੰਗੀ ਤਰ੍ਹਾਂ ਅੱਖਰ ਨੂੰ, ਸੋ ਆਈ ਮੇਡ ਅ ਮਿਸਟੇਕ। ਓਕੇ, ਜੇਤੀ ਸਿਰਸ਼ਟ ਉਪਾਈ ਵੇਖਾਂ ਵਿਨ ਕਰਮਾ ਕੇ ਮਿਲੇ। ਸੋ ਸਿਰਸ਼ਟ ਮਤਲਬ ਹੈ ਸ੍ਰਿਸ਼ਟੀ, ਤੇ ਇੱਥੇ ਵੀ ਮੈਨੂੰ ਚਾਹੀਦਾ ਸੀਗਾ ਵੀ ਸ੍ਰਿਸ਼ਟੀ ਲਿਖਦਾ ਵੀ, ਕਿਉਂਕਿ ਮੈਂ ਜਦੋਂ ਕਰਦਾ ਟਾਈਪ ਕਰਦਾ ਹੈਗਾ ਨਾ ਤਾਂ ਉਹ ਹੀ ਆਇਆ, ਸੋ ਆਲ ਕਰੈਕਟ ਦਾ ਸਿਰਸ਼ਟ ਦਾ ਮਤਲਬ all his creation. Okay. But it's not, you've never seen it written somewhere with srist, right? There may be some other places in Gurdwara. No, I mean in Japji Sahib, in this spot. Yeah, you've never- there is no other place. So, ਜੇਤੀ ਦਾ ਮਤਲਬ ਹੁੰਦਾ ਜਿਤਨ। So all of his creation, ਜਿੰਨੀ ਵੀ ਕੀਤੀ ਹੈ, whatever we in this world, ਜੋ ਕੁਝ ਵੀ ਹੈਗਾ ਉਹਦਾ ਕ੍ਰੀਏਟ ਕੀਤਾ, ਪਹਾੜ, ਸੋਨਾ, ਡਾਇਮੰਡ, ਜੋ ਕੁਝ ਵੀ ਹੈਗਾ, ਬੰਦੇ, ਪਸ਼ੂ, ਜਾਨਵਰ, ਦਰਖਤ, everything, it includes everything. Okay? ਉਹ ਬਾਈ ਦਾ ਪੈਦਾ ਕੀਤੀ ਹੋਈ, ਕਹਿਣ ਦਾ ਮਤਲਬ ਕ੍ਰੀਏਟਡ। ਵੇਖਾਂ, ਇਹਨੂੰ ਵੇਖਾ ਨਹੀਂ ਕਹਿਣਾ, ਵੇਖਾਂ ਮੈਂ ਵੇਖਦਾ ਹਾਂ। ਓਕੇ, ਇਹਨੇ ਉਹਦੇ ਵਿੱਚ ਆ ਜਾਂਦਾ ਬਿਨ ਕਰਮਾ। ਹੁਣ ਇਹਦੇ ਵਿੱਚ ਥੋੜਾ ਜਿਹਾ ਫਰਕ ਹੈਗਾ ਵੀ ਹਾਊ ਪੀਪਲ ਡੂ ਦ ਮੀਨਿੰਗ। ਸੰਤ ਮਸਕੀਨ ਸਿੰਘ ਜੀ ਨੇ ਇਹਦਾ ਕੀਤਾ ਹੈਗਾ ਵੀ ਕਰਮਾਂ ਦਾ ਮਤਲਬ ਕੀਤਾ ਹੈਗਾ ਵੀ ਜਿਹੜੇ ਭਾਗ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਗੁੱਡ ਕਰਮ। ਓਕੇ, ਤੇ ਭਾਈ ਜੋਗਿੰਦਰ ਸਿੰਘ agrees with that, actually he's saying the same thing, but Bhai Sahib Singh is saying no, this is actually ਕਰਮ ਜਿਹੜਾ ਹੈਗਾ ਉਹਦੀ ਬਖਸ਼ਿਸ਼ ਜਿਹਨੂੰ ਕਹਿੰਦੇ, ਜਿਹਨੂੰ ਗ੍ਰੇਸ ਕਹਿੰਦੇ ਹੈਗਾ, ਉਹਨੂੰ ਉਹ ਕਹਿੰਦੇ ਹੈਗੇ ਵਿਦਿਆਰਥ ਦੀ ਗੁੱਡ ਗ੍ਰੇਸ ਜਿਹੜੀ ਹੈਗੀ ਆ ਉਹਦਾ ਉਹਨਾਂ ਨੇ ਕੀਤਾ। And I tend to agree with that one somewhat, because ਕਿਉਂਕਿ ਅਸੀਂ ਪਹਿਲਾਂ ਤੋਂ ਗੱਲ ਕਰ ਰਹੇ ਹੈਗੇ ਆ ਨਾ ਵੀ ਜੋ ਕੁਝ ਵੀ ਉਹ ਦਾਤਾਂ ਦਿੰਦਾ ਹੈਗਾ
ਤਾਂ ਉਹ ਦਾਤਾਂ ਜਿਹੜੀਆਂ ਗਾਵੇ ਕੋ ਤਾਨ ਹੋਵੇ ਕੋ ਤਾਨ ਗਾਵੇ ਕੋ ਦਾਤ ਕਰੇ ਦਾਤਾਂ ਨਿਸ਼ਾਨ। ਤੇ ਅਸੀਂ ਉਹ ਦਾਤਾਂ ਦੀ ਗੱਲ ਕਰ ਰਹੇ ਹੈਗੇ ਹਾਂ। ਤਾਂ ਇਹਦਾ ਮਤਲਬ ਦਾਤ ਉਹ ਉਦੋਂ ਹੀ ਦਿੰਦਾ ਵੈਨ ਹੀ ਇਜ਼ ਪਲੀਜ਼ਡ। ਪਲੀਜ਼ਿੰਗ ਦੇ ਲਈ ਫਿਰ ਉਹ ਜਿਹੜੀ ਬਖਸ਼ਿਸ਼ ਹੈਗੀ ਆ ਤਾਂ ਦੈਨ ਉਹ ਨਜ਼ਰ ਕਰਕੇ ਤਾਂ ਤੁਹਾਨੂੰ ਕਰਦਾ ਤਾਂ ਦੈਟਸ ਵਾਈ ਆਈ ਐਗਰੀ ਵਿਦ ਦੈਟ। ਕੀ ਮਿਲਦਾ ਹੈ, ਕੀ ਮਿਲਦਾ ਹੈ? ਕਹਿਣ ਦਾ ਮਤਲਬ ਹੈ ਕੁਝ ਨਹੀਂ ਮਿਲਦਾ। ਓਕੇ, ਇਨ ਅਦਰ ਵਰਡ, ਵਿਦਾਊਟ ਹਿਸ grace, good grace, you cannot obtain anything. ਕੁਛ ਨਹੀਂ ਮਿਲ ਸਕਦਾ। ਇਹ ਕਿਉਂ ਕਿਹਾ? ਹੁਣ ਉਹਨੂੰ ਪਹਿਲੀ ਲਾਈਨ ਦਾ ਪਹਿਲਾ ਪਾਰਟ ਉਹਦੇ ਵਿੱਚ ਦੇਖੋ। ਓਕੇ, ਤੇ ਕੇ ਲਈ ਵੀ ਮੈਂ ਐਕਸਪਲੇਨ ਕਰ ਦਵਾਂ, ਦੈਨ ਆਲ ਗੋ ਐਂਡ ਡੂ ਦ ਮੀਨਿੰਗ। ਕੀ ਕੋਈ ਲੈ ਸਕਦਾ ਹੈ? ਕੇ ਲਈ ਇਹ ਕੀਤਾ ਹੈਗਾ ਭਾਈ ਸਾਹਿਬ ਸਿੰਘ ਨੇ। ਉਹ what can anyone obtain? ਤੇ ਜਿਹੜਾ ਇੱਥੇ ਭਾਈ ਜੋਗਿੰਦਰ ਸਿੰਘ ਨੇ ਕਿਹਾ, ਜਿੱਦਾਂ ਮੈਂ ਕਿਹਾ ਸੀ ਵੀ ਜਿੱਥੇ ਬਿੰਦੀ ਲਾਈ ਜਾਂਦੀ ਕਿ ਮੈਂ ਲੈ ਲਵਾਂ। ਓਕੇ, ਕਹਿਣ ਦਾ ਮਤਲਬ ਹੈਗਾ ਵੀ ਜੇ ਬੰਦੇ ਨੂੰ ਕਰਮਾਂ ਤੋਂ ਬਗੈਰ ਕੁਝ ਮਿਲਦਾ ਹੋਵੇ, ਉਹਦੀ ਬਖਸ਼ਿਸ਼ ਤੋਂ ਬਗੈਰ ਕੋਈ ਦਾਤ ਮਿਲਦੀ ਹੋਵੇ, ਤਾਂ ਹਰੇਕ ਕੋਈ ਲੈ ਸਕਦਾ। ਜਾ ਕੇ ਚੱਕ ਲਓ, ਸਾਰੀ ਸ੍ਰਿਸ਼ਟ ਬਣੀ ਹੋਈ ਆ, ਜਿੰਨੇ ਡਾਇਮੰਡ ਪਏ ਹੈਗੇ ਆ, ਜੋ ਕੁਝ ਵੀ ਪਿਆ, ਇਹ ਤਾਂ ਹੈ ਹੀ ਨੇ ਵੀ ਜਿਹੜੀ ਵੀ ਦੁਨੀਆ ਉਹਨੇ ਬਣਾਈ ਹੋਈ ਆ, ਉਹਨੇ ਤਾਂ ਸਾਰਾ ਕੁਝ ਇੱਕੋ ਹੀ ਵਾਰੀ ਇਹਦੇ ਵਿੱਚ ਪਾਇਆ ਆ। ਸਭ ਐਵਰੀਥਿੰਗ ਇਜ਼ ਅਵੇਲੇਬਲ, ਬਟ ਇਟਸ ਨਾਟ ਅਵੇਲੇਬਲ ਟੂ ਐਵਰੀਬਾਡੀ। ਅਸੀਂ ਜਾ ਕੇ ਲੈ ਨਹੀਂ ਸਕਦੇ। ਜਿੰਨੇ ਦੇਰ ਸਾਡੇ ਜਿਹੜੇ ਹੈਗੇ ਆ, ਸਾਡੇ ਦੇ ਉੱਤੇ ਉਹ ਬਖਸ਼ਿਸ਼ ਨਹੀਂ ਕਰਦਾ, ਉਹ ਸਾਨੂੰ ਦਾਤ ਦਿੰਦਾ ਨਹੀਂ ਹੈਗਾ। ਓਕੇ, ਸੋ ਹੁਣ ਜੇ ਇਹਦੇ ਮੀਨਿੰਗ ਕਰਨੇ ਹੋਣ ਤਾਂ ਉਹ ਇਸ ਤਰ੍ਹਾਂ ਬਣ ਗਏ, of all the created creation, ਮੈਂ ਜਾਣ ਕੇ ਵਿੱਚ ਕ੍ਰੀਏਟ, ਜੇ ਭਾਵੇਂ ਮੈਂ ਕਹਿ ਦਵਾਂ of all the created creation rather than created, ਕਿਉਂਕਿ ਜਦ ਉਹ ਪਾਈ ਲਿਖਿਆ ਸੀਗਾ, ਆਮ ਮੇਕਿੰਗ ਸ਼ੋਰ you understand that it is in there, that meaning is there. Of all the created creation that I see around, what can anybody receive without his grace? ਵੀ ਉਹਦੇ ਵਿੱਚੋਂ ਕੋਈ ਕੀ ਲੈ ਸਕਦਾ ਹੈਗਾ without his grace? That which I would also obtain. ਨਹੀਂ ਤਾਂ ਜੇ ਮਿਲਦਾ ਹੋਵੇ ਕਰਮਾਂ ਤੋਂ, ਫਿਰ ਤਾਂ ਹਰੇਕ ਕੋਈ, ਮੈਂ ਵੀ ਜਾ ਕੇ ਜੋ ਕੁਝ ਮਰਜ਼ੀ ਲੈ ਲਵਾਂ, ਮੈਨੂੰ ਕੁਝ ਇਹਦਾ ਮਤਲਬ ਇਹ ਆ ਮੈਨੂੰ ਫਿਰ ਰੱਬ ਦੀ ਪੂਜਾ ਦੀ ਤਾਂ ਲੋੜ ਹੀ ਨਹੀਂ, ਮੈਨੂੰ ਰੱਬ ਕੋਲ ਅਰਦਾਸ ਕਰਨ ਦੀ ਲੋੜ ਨਹੀਂ, ਮੈਨੂੰ ਰੱਬ ਨੂੰ ਚੇਤੇ ਕਰਨ ਦੀ ਲੋੜ ਨਹੀਂ, ਕੁਝ ਵੀ ਨਹੀਂ। ਫਿਰ ਤਾਂ ਮੇਰੇ ਬਸ ਦੀ ਗੱਲ ਹੈਗੀ ਆ, ਇਟ ਇਜ਼ ਅੰਡਰ ਮਾਈ ਕੰਟਰੋਲ, ਆਈ ਕੈਨ ਗੋ ਐਂਡ obtain anything what I want from this world. ਪਰ ਇਹ ਪੋਸੀਬਲ ਨਹੀਂ ਹੈਗਾ। ਇਸੇ ਕਰਕੇ ਇਹਦੇ ਜਿਹੜੇ ਮੀਨਿੰਗ ਬਣਾਏ ਹੈਗੇ ਆ, ਇਹ ਇਸੇ ਤਰ੍ਹਾਂ ਹੋਣੇ ਹੈਗੇ ਆ। Of all the created creation that I see around, what can I receive without His grace? That which I or everybody can obtain. Okay. ਤੀਜਾ, ਹੁਣ ਦੇਖੋ ਇੱਥੋਂ all of a sudden ਇਹ ਆ ਗਿਆ ਮੱਧ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ। ਹੁਣ ਇਹਦਾ ਪਹਿਲੀਆਂ ਦੋ ਤਿਕਾਂ ਨਾਲ ਕੀ ਰਿਲੇਸ਼ਨਸ਼ਿਪ ਹੈਗਾ? ਅਸੀਂ ਪਾਠ ਕਰਦੇ ਹੈਗੇ ਆ, ਹਰ ਰੋਜ਼ ਕਰਦੇ ਹੈਗੇ ਆ ਅਸੀਂ, ਪਰ ਜਿਹੜਾ ਵਿਚਾਰ ਦਾ ਵਾਰ-ਵਾਰ ਗੁਰੂ ਸਾਹਿਬ ਨੇ ਕਿਹਾ ਹੈ ਕਿ ਵਿਚਾਰ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਆ, ਅਸੀਂ ਕਦੇ ਸੋਚਿਆ ਨਹੀਂ ਵੀ ਇਹਦਾ ਪਹਿਲੀਆਂ ਤਿਕਾਂ ਦੇ ਨਾਲ ਕੀ ਰਿਲੇਸ਼ਨ ਹੈਗਾ। ਓਕੇ, I'm going to explain you that in a minute. ਤਾਂ ਦੂਜਾ ਇਸ ਤੁਕ ਦੇ ਵਿੱਚ ਜਿਹੜਾ ਹੈਗਾ ਔਖਾ ਅੱਖਰ ਜਿਹੜਾ ਹੈਗਾ ਉਹ ਇੱਕ ਆ। ਇੱਕ ਦਾ ਮਤਲਬ ਤਾਂ ਇੱਕੋ ਹੀ ਆ, ਮੀਨਿੰਗ ਦਾ ਪਤਾ, ਪਰ ਇੱਕ ਲੱਗਦਾ ਕਾਹਦੇ ਨਾਲ ਆ? ਇੱਕ ਗੁਰੂ ਦੇ ਨਾਲ ਲੱਗਦਾ ਕਿ ਇੱਕ ਗੁਰੂ ਦੀ ਸਿੱਖਿਆ ਨਾਲ ਲੱਗਦਾ? ਸਿੱਖਿਆ। ਓਕੇ, ਇੱਥੇ ਜਿਹੜਾ ਇੱਕ ਹੈਗਾ, ਇਟ ਗੋਜ਼ ਵਿਦ ਸਿੱਖਿਆ। ਗੁਰੂ ਦਾ ਔਂਕੜ ਜਿਹੜਾ ਸੀਗਾ ਉਹ ਉੜ ਗਿਆ, ਕਿਉਂਕਿ ਨਾਲ ਜਿਹੜੀ ਹੈਗੀ ਉਹਦੇ ਪ੍ਰੈਪੋਜੀਸ਼ਨ ਲੱਗੀ ਹੋਈ ਹੈਗੀ ਆ, ਪਰ ਉਹਦੇ ਨਾਲ ਜਿਹੜਾ ਸੀਗਾ ਔਂਕੜ ਸੀਗਾ। ਇੱਕ ਦੇ ਥੱਲੇ ਨਾ ਔਂਕੜ ਸੀਗਾ ਤਾਂ ਨਾ
ਉਹ ਜਿਹੜਾ ਸੀਗਾ ਨਾ, ਉਹ ਲੱਗਦਾ ਹੈਗਾ ਸਿੱਖਿਆ ਦੇ ਨਾਲ। ਔਂਕੜ ਜਦ ਉੜ ਜਾਂਦਾ ਹੈਗਾ ਤਾਂ ਕੀ ਹੁੰਦਾ, ਫੈਮਿਨਿਨ ਪੜ ਗਿਆ। ਸਿੱਖਿਆ ਜਿਹੜੀ ਹੁੰਦੀ ਫੈਮਿਨਿਨ ਵਰਡ ਹੈਗਾ, ਸੋ ਇਸ ਕਰਕੇ ਉਹ ਸਿੱਖਿਆ ਦੇ ਨਾਲ ਲੱਗ ਗਿਆ। ਹੁਣ ਇਹਦੇ ਵਿੱਚ ਇੱਕ ਹੋਰ ਵੀ ਖਿਆਲ ਰੱਖਣ ਵਾਲਾ ਹੈਗਾ, ਗੁਰੂ ਦੀ ਸਿੱਖਿਆ ਤਾਂ there are 1430 ਪੇਜ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਦੇ ਵਿੱਚੋਂ ਅਸੀਂ ਕਿਹੜੀ ਪਿਕ ਕਰਨੀ ਹੈਗੀ ਆ। ਹੁਣ ਇੱਥੇ ਜਿਹੜੀ ਸਿੱਖਿਆ ਦੀ ਗੱਲ ਹੋ ਰਹੀ ਹੈ, ਉਸ ਸਿੱਖਿਆ ਦੀ ਗੱਲ ਹੋ ਰਹੀ ਆ। ਅਸੀਂ ਚੰਗੀ ਤਰ੍ਹਾਂ ਜੇ ਅਸੀਂ ਇਹਨੂੰ ਦੇਖਾਂਗੇ, ਜਿਹੜੀ ਇਸੇ ਪੌੜੀ ਦੇ ਵਿੱਚ ਦੱਸੀ ਗਈ ਹੈਗੀ ਆ, ਕਿਹੜੀ ਆ ਗੁਰੂ ਦੀ ਸਿੱਖਿਆ। ਕਿਹੜੀ ਸਿੱਖਿਆ ਤੁਸੀਂ ਗੁਰੂ ਤੋਂ ਮੰਗਦੇ ਹੈਗੇ ਆ, ਉਹ ਅਸੀਂ ਮਗਰਲੀ ਲਾਈਨ ਦੇ ਵਿੱਚ ਪਿਛਲੀ ਵਾਰੀ ਵੀ ਕੀਤੀ ਸੀਗੀ। ਗੁਰਾ ਇੱਕ ਦੇ ਬਜਾਏ ਮੈਨੂੰ ਇੱਕ ਗੱਲ ਜਿਹੜੀ ਹੈਗੀ ਆ ਉਹ ਪੱਕੀ ਕਰਾ ਦੇ। ਉਹ ਕਿਹੜੀ ਹੈਗੀ ਆ, ਸਮਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਮਝ ਜਾਏ। ਵੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਦਾਤ ਹੈਗੀ ਆ, ਜਿਹੜੀ ਦਾਤ, ਸਾਰੀਆਂ ਦਾਤਾਂ ਜਿਹੜੀਆਂ ਹੈਗੀਆਂ ਉਹ ਵਾਹਿਗੁਰੂ ਤੋਂ ਮਿਲਦੀਆਂ, ਹੋਰ ਕਿਸੇ ਤੋਂ ਨਹੀਂ ਮਿਲਦੀਆਂ। You cannot obtain any of the boons from anybody else। ਚਾਹੇ ਤੁਸੀਂ ਜਿੱਥੇ ਮਰਜ਼ੀ ਮੱਥੇ ਰਗੜੇ ਜਾਓ, ਚਾਹੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਕਿਸੇ ਹੋਰ ਦੇ ਮਗਰ ਲੱਗ ਜਾਓ, ਜਾਂ ਉਹਨਾਂ ਨੂੰ ਪੁੱਛਾਂ ਪਾ ਲਓ, ਆਹ ਕਰ ਲਓ, ਆਹ ਕਰ ਲਓ, ਵਾਹਿਗੁਰੂ ਤੋਂ ਬਗੈਰ ਦਾਤ ਕੋਈ ਨਹੀਂ ਦੇ ਸਕਦਾ ਹੈਗਾ। ਵਾਹਿਗੁਰੂ ਕਦੋਂ ਦਿੰਦਾ ਦਾਤਾਂ? when he gets pleased। ਓਕੇ, ਹੁਣ ਇਹਦੇ ਵਿੱਚ 2-3 ਪੁਆਇੰਟ ਜਿਹੜੇ ਹੈਗੇ ਉਹ ਵਿਚਾਰ ਦੇ ਨਾਲ ਜਦ ਤੁਸੀਂ ਦੇਖੋਗੇ, ਮੱਤ ਵਿੱਚ ਰਤਨ ਜਵਾਹਰ ਮਾਨ ਹੈ ਕਿ ਜੇ ਇੱਕ ਗੁਰ ਕੀ ਸਿੱਖ ਸੁਣੇ, ਇਹ ਕਿਉਂ ਆ ਗਿਆ ਹੈਗਾ। ਉਹ ਕਹਿੰਦੇ ਵੀ ਜਿੱਦਾਂ ਬਾਕੀ ਸਾਰਾ ਕੁਝ ਵਾਹਿਗੁਰੂ ਨੇ ਸਾਨੂੰ ਵਰਲਡ ਦੇ ਵਿੱਚ ਜਦ ਪੈਦਾ ਕੀਤਾ ਹੈਗਾ, ਅਸੀਂ ਲੈ ਸਕਦੇ ਹੈਗੇ ਆ ਚੀਜ਼ਾਂ। ਓਕੇ, ਉਹਦੀਆਂ ਦਾਤਾਂ ਮਿਲੀਆਂ, ਬਹੁਤ ਸਾਰੀਆਂ ਦਾਤਾਂ ਤਾਂ ਉਹਨੇ ਸਾਨੂੰ ਦੇ ਦਿੱਤੀਆਂ। ਮੈਨੂੰ ਆ ਸਰੀਰ ਦਿੱਤਾ ਹੈਗਾ, ਮੈਂ ਤਾਂ ਨਹੀਂ ਮੇਕ ਸ਼ੋਰ ਕੀਤਾ ਹੈਗਾ ਮੇਰੇ 2 ਅੱਖਾਂ ਹੋਣ, ਮੇਰੇ 2 ਹੱਥ ਹੋਣ, ਤਾਂ ਆਹ ਹੋ ਜਾਣਾ, ਆਹ ਹੋ, ਇਹ ਉਹਦੀਆਂ ਦਾਤਾਂ ਹੀ ਆ। all those are his boons। ਕਈ ਹੈਗੇ ਅਨਫੋਰਚੂਨੇਟ ਜਿਨ੍ਹਾਂ ਨੂੰ ਨਹੀਂ ਮਿਲਦਾ, ਭਾਗਾਂ ਦੇ ਵਿੱਚ ਹੈ ਨਾ ਸੀਗਾ, so they did not actually get it। ਓਕੇ, ਕਿਉਂਕਿ ਉਹਨਾਂ ਦੇ ਪੁਰਾਣੇ ਕਰਮ ਕੀਤੇ ਹੋਣਗੇ। but that's also that। ਜੇ ਕੋਈ ਬਹੁਤ ਅਮੀਰ ਹੋ ਜਾਂਦਾ, ਗਰੀਬ ਹੋ ਜਾਂਦਾ, ਜਿੱਦਾਂ ਵੀ ਅਮੀਰ ਹੈਗਾ ਤਾਂ ਉਹਦੇ ਕੋਲ ਸਭ ਕੁਝ ਆ ਗਿਆ ਹੈਗਾ, ਉਹ ਵੀ ਜੇ ਸਮਝੇ ਵੀ ਮੈਂ ਆਪ ਕਰ ਲਿਆ ਹੈਗਾ, that's not true। ਇਹ ਵੀ ਉਹਦੀ ਦਾਤ ਆ, ਉਹਦੇ ਪੁਰਾਣੇ ਕਰਮ ਜੋ ਕੁਝ ਵੀ ਕੀਤਾ ਹੈਗਾ ਉਹਦੇ ਮੁਤਾਬਕ ਉਹਨੂੰ ਹੁਣ ਜਿਹੜਾ ਹੈਗਾ ਫਲ ਉਹਦਾ ਮਿਲ ਰਿਹਾ ਹੈਗਾ। ਹੁਣ ਦੀ ਮਿਹਨਤ ਵੀ, ਪੁਰਾਣੇ ਵੀ, ਮੈਂ ਤੁਹਾਨੂੰ ਦੱਸਿਆ ਸੀ ਕਿ ਜਦ ਕਰਮ ਫਿਲਾਸਫੀ ਦੇਖਣੀ ਹੈਗੀ ਆ ਨਾ, ਉਹਨੂੰ ਇਹ ਨਹੀਂ ਕਰਨਾ ਵੀ ਜੋ ਕੁਝ ਪਿਛਲੇ ਜਨਮਾਂ ਤੋਂ ਲੈ ਕੇ ਆਏ ਉਹੋ ਹੀ ਆ। ਉਹ ਪਲੱਸ whatever you have done to this instant, ਉਹ ਸਾਰਾ ਕੁਝ ਜਿਹੜਾ ਇਕੱਠਾ ਕਰਕੇ that establish your destiny, ਵੀ ਤੁਸੀਂ ਕਿੱਧਰ ਨੂੰ ਜਾਣਾ ਹੈਗਾ, ਉਹਦੇ ਮੁਤਾਬਕ ਤੁਹਾਨੂੰ ਦਾਤਾਂ ਮਿਲਦੀਆਂ। ਓਕੇ, ਸੋ ਹੁਣ ਇਹ ਦੱਸਦੇ ਹੈਗੇ ਆ ਵੀ ਇਕੱਲਾ ਉਹ ਹੀ ਨਹੀਂ, ਉਹ ਵੀ ਜੋ ਕੁਝ ਤੁਹਾਨੂੰ ਵਰਲਡਲੀ ਚੀਜ਼ਾਂ ਚਾਹੀਦੀਆਂ ਹੈਗੀਆਂ, ਉਹ ਜੋ ਕੁਝ ਵੀ ਉਹਨੇ ਦਿੱਤਾ ਹੈਗਾ, ਉਹ ਤਾਂ ਸਾਰਾ ਸ੍ਰਿਸ਼ਟੀ ਦੇ ਵਿੱਚ ਪਾਇਆ ਹੀ ਆ। You can get it। ਪਰ ਜੇ ਹੁਣ ਤੁਸੀਂ ਰੱਬ ਨੂੰ ਮਿਲਣਾ ਹੈਗਾ, ਤੁਸੀਂ ਸੁੱਖ ਲੈਣਾ ਹੈਗਾ, ਆਨੰਦ ਲੈਣਾ ਹੈਗਾ, ਹੋਰ ਸਾਰਾ ਕੁਝ ਲੈਣਾ ਹੈਗਾ, ਉਹ ਵੀ ਤੁਹਾਨੂੰ ਮਿਲ ਸਕਦਾ ਹੈਗਾ। ਉਹ ਵੀ ਉਹਦੀਆਂ ਦਾਤਾਂ ਆ, ਉੱਦਾਂ ਨਹੀਂ ਮਿਲਦਾ ਹੈਗਾ। ਉਹ ਕਿੱਥੋਂ ਮਿਲਣੀਆਂ ਹੈਗੀਆਂ? ਉਹ ਕਹਿੰਦੇ ਤੇਰੇ ਅੰਦਰ ਹੀ ਆ, ਕਿਉਂਕਿ ਵਾਹਿਗੁਰੂ ਜਿਹੜਾ ਹੈਗਾ ਸਾਡੇ ਅੰਦਰ ਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਓਕੇ, ਪਰ ਸਿਰਫ ਇੰਨਾ ਹੀ ਆ, ਉਹਨਾਂ ਨੂੰ ਪ੍ਰਗਟ ਕਰਨਾ, ਉਹਨਾਂ ਨੂੰ ਉਗਾੜਨਾ, ਜਾਂ ਉਹਨਾਂ ਨੂੰ ਡਿਵੈਲਪ ਕਰਨਾ, ਜਾਂ ਗਰੋ ਕਰਨਾ, ਜੋ ਕੁਝ ਵੀ ਅੰਗਰੇਜ਼ੀ ਦੇ ਵਿੱਚ ਉਹਦਾ ਮੀਨਿੰਗ ਕਰਨਾ ਹੈਗਾ, ਉਹ ਕਿੱਥੋਂ ਮਿਲਦਾ ਹੈਗਾ? ਉਹ ਤੁਹਾਨੂੰ ਗੁਰੂ ਦੇ ਗਿਆਨ ਤੋਂ ਮਿਲਦਾ ਹੈਗਾ। ਉਹ ਤੁਸੀਂ ਆਪਣੀ ਮੱਤ ਦੇ ਵਿੱਚ ਜਿਹੜਾ ਹੈਗਾ ਉਹ ਲਿਆਉਣਾ ਹੈਗਾ। ਉਹ ਕਹਿੰਦੇ ਉਹ ਗੁਰੂ ਹੀ ਗਿਆਨ ਦੇ ਕੇ ਉਹਨੂੰ ਪ੍ਰਗਟ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ ਹੈਗਾ। ਓਕੇ, ਪਰ ਉਹ ਤੁਹਾਡੇ ਮੱਤ ਦੇ ਵਿੱਚ ਹੀ ਹੈਗਾ ਆ। ਉਹ ਕੀ ਆ? ਉਹ ਕਹਿੰਦੇ ਉਹ ਵੀ ਰਤਨ ਆ। ਸ਼ਬਦ ਜਿਹੜੇ ਹੈਗੇ
ਰਤਨ ਦਾ ਕੀ ਮਤਲਬ ਹੁੰਦਾ? ਰਤਨ ਦਾ ਮਤਲਬ ਇਹੀ ਹੁੰਦਾ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਆ ਬਹੁਤ ਇਨਵੈਲਿਊਏਬਲ ਹੋਵੇ, ਉਹਦੇ ਵਰਗੀ ਹੋਰ ਕੋਈ ਚੀਜ਼ ਮਿਲਦੀ ਨਾ ਹੋਵੇ ਜਿਹੜੀ ਕਿਸੇ ਪ੍ਰਾਈਸ ਦੇ ਉੱਤੇ ਵੀ ਜਿੱਥੇ ਮਰਜ਼ੀ ਤੁਸੀਂ। ਜਵਾਹਰ ਕੀ ਹੁੰਦੇ ਹੈਗੇ? ਜਵਾਹਰ ਦਾ ਮਤਲਬ ਹੁੰਦਾ ਜਿਊਲਰੀ, ਜਿਹਦੇ ਵਿੱਚ ਚੀਜ਼ਾਂ ਦਾ ਜੜਾਓ ਕੀਤਾ ਹੋਵੇ, ਡਾਇਮੰਡ ਲਾਏ ਹੋਏ ਜਾਂ ਰੂਬੀਜ਼ ਲਾਏ ਹੋਏ ਜਾਂ ਬਰਲ ਲਾਏ ਹੋਏ ਜਾਂ ਕੁਛ ਵੀ ਲਾਇਆ ਹੈਗਾ, ਉਹਨੂੰ ਕਹਿੰਦੇ ਜਵਾਹਰ। ਮਾਣਕ ਜਿਹੜੇ ਪਰਲ ਹੁੰਦੇ ਹੈਗੇ, ਉਹ ਕਹਿੰਦੇ ਹਰੇਕ ਤਰ੍ਹਾਂ ਦੀ ਜਿਹੜੀ ਵੀ ਜਿਹੜੀਆਂ ਅਸੀਂ ਵਰਲਡਲੀ ਚੀਜ਼ਾਂ ਨਾਲ ਕੰਪੇਅਰ ਕਰਦੇ ਹੈਗੇ ਨਾ, ਉਹ ਮੱਤ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਉੱਦਾਂ ਹੀ ਹੈਗੀਆਂ। ਪਰ ਜੇ ਹੁਣ ਮੈਂ ਪਰਲ ਲਿਆਉਣਾ ਹੋਵੇ ਜਾਂ ਡਾਇਮੰਡ ਲਿਆਉਣਾ ਹੋਵੇ, you just can't just go and actually say that, you know, I picked up diamond or whatever. Diamond ਲੈਣ ਲਈ ਤੁਹਾਨੂੰ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸੋਨਾ ਕੱਢਣ ਲਈ, ਡਾਇਮੰਡ ਕੱਢਣ ਲਈ ਤੁਹਾਨੂੰ ਪਹਾੜ ਖੋਦਣੇ ਪੈਂਦੇ ਹੈਗੇ ਆ, ਉਹਨਾਂ ਦੇ ਵਿੱਚੋਂ ਨਿਕਲਦੇ ਹੈਗੇ। ਪਰਲ ਕੱਢਣੇ ਹੈਗੇ ਸਮੁੰਦਰ ਦੀ ਡੂੰਘਾਈ ਦੇ ਵਿੱਚੋਂ ਜਾ ਕੇ। ਘੋਗੇ ਤਾਂ ਜਿੰਨੇ ਮਰਜ਼ੀ ਚੱਕ ਲਓ ਆਲੇ ਦੁਆਲੇ, ਪਰ ਜੇ ਪਰਲ ਲਿਆਉਣੇ ਹੈਗੇ ਆ ਉਹ ਬੜੀ ਡੂੰਘਾਈ ਦੇ ਵਿੱਚੋਂ ਲਿਆਉਣੇ ਪੈਂਦੇ ਹੈਗੇ ਆ, ਜਾਂ ਘੜਨੇ ਪੈਂਦੇ ਹੈਗੇ ਕਿਸੇ ਵਗੈਰਾ ਸੋਹਣੇ ਪੱਥਰਾਂ ਦੇ ਉੱਤੋਂ। ਸੋ ਜਿਹੜੀਆਂ ਵੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਬਹੁਤ ਜ਼ਿਆਦਾ, they are not just available to everybody, you know, actually, without putting in effort and without the help of Guru in this particular case. ਤਾਂ ਜਦ ਮਿਲਣੀ ਆ, ਉਹ ਮਿਲਣੀ ਤਾਂ ਹੀ ਹੈਗੀ ਆ, ਉਹ ਦਾਤ ਆ। ਮੈਂ ਸੁਖਮਨੀ ਸਾਹਿਬ ਦੇ ਉੱਤੇ ਵੀ ਇਹ ਬਹੁਤ ਜ਼ੋਰ ਲਾਉਂਦਾ ਸੀ, ਤਾਂ I'm going to keep on doing that because it's a very basic point but a very important one. ਵਾਹਿਗੁਰੂ ਨੂੰ ਤੁਸੀਂ ਪ੍ਰਸੰਨ ਨਹੀਂ ਕਰ ਸਕਦੇ ਜੇ ਤੁਸੀਂ ਪਹਿਲਾਂ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ। You have to please your Guru before. ਹੁਣ ਗੁਰੂ ਨੂੰ ਪਲੀਜ਼ ਤੁਸੀਂ ਕਿੱਦਾਂ ਕਰੋਗੇ? ਜੇ ਸਿੱਖਿਆ ਸੁਣ ਲਵੋਗੇ। ਓਕੇ, ਉਹ ਕਹਿੰਦੇ ਜੇ ਉਹਦੀ ਸਿੱਖਿਆ ਹੈਗੀ ਆ, ਉਹਦੇ ਵਿੱਚ ਇਹ ਸਾਰਾ ਕੁਝ ਹੈਗਾ। ਤੇ ਉਹ ਸਿੱਖਿਆ ਕੀ ਹੈਗੀ ਆ, ਉਹ ਮੈਂ ਇਹ ਦੱਸ ਚੁੱਕਾ ਹੈਗਾ। ਗੁਰਾ ਇੱਕ ਦੇ ਬੁਝਾਈ ਸਭਨਾ ਦੀਆਂ ਕਰਕੇ ਦਾਤਾ ਸੋਨਾ ਵਿਸਰ ਜਾਏ। ਤੇ ਮੈਨੂੰ ਕਹਿੰਦੇ ਉਹ ਵਿਸਰ ਨਾ ਜਾਵੇ ਜਿਹੜਾ ਸਾਰੀਆਂ ਦਾਤਾ ਦਿੰਦਾ। ਉਹਦਾ ਮਤਲਬ ਕੀ ਹੋਇਆ ਹੈਗਾ ਵੀ ਜੇ ਤੁਸੀਂ ਕਿਸੇ ਨੇ ਤੁਹਾਡੇ ਲਈ ਕੁਝ ਕੰਮ ਕੀਤਾ ਹੈਗਾ, if I don't say thank you, ਕਹਿਣਾ ਉਹ ਤਾਂ ਬੰਦਾ ਬੜਾ ਥੈਂਕਲੈਸ ਹੈ। ਪਰ ਕਦੀ ਅਸੀਂ ਇਹ ਵੀ ਸੋਚਿਆ ਹੈਗਾ, we never think about this, ਵੀ ਜਿਹਨੇ ਸਾਨੂੰ ਆ ਇੰਨਾ ਸੋਹਣਾ ਸਰੀਰ ਦਿੱਤਾ, ਅੱਖਾਂ ਦੇਖੀਆਂ, ਅੱਖਾਂ ਦੁਖਣ ਵੀ ਲੱਗ ਪੈਂਦੀਆਂ, ਜਾਂ ਇੱਕ ਅੱਖ ਦੇ ਵਿੱਚ ਕੁਝ ਪੈ ਜਾਵੇ ਅਸੀਂ ਕਹਿੰਦੇ ਲੈ ਵੀ ਆ ਹੱਥ ਕਰ ਤਾਂ ਕਹਿੰਦੇ ਹੈਗੇ ਇੱਕ ਹੱਥ ਨਾਲ ਕੰਮ ਨਹੀਂ ਹੁੰਦਾ ਹੈਗਾ। ਇਹ ਜਿਹੜੀਆਂ ਇੰਨੀਆਂ ਇੰਪੋਰਟੈਂਟ ਦਾਤਾਂ ਦਿੱਤੀਆਂ ਹੋਈਆਂ ਉਹ ਸਾਰੀਆਂ don't think about it. Do we ever do ਸ਼ੁਕਰੀਆ ਵਾਹਿਗੁਰੂ ਦਾ? Do we thank God for that? ਇਹ ਹੈਗਾ ਜਿਹੜਾ ਸਿਮਰਨ ਕਰਨਾ, ਯਾਦ ਕਰਨ ਦਾ ਮਤਲਬ ਹੀ ਇਹ ਹੁੰਦਾ ਹੈਗਾ ਕਿ you are acknowledging God. ਹਾਂ ਵੀ God ਹੈਗਾ, ਇਹ God ਦਾ ਦਿੱਤਾ ਆ। whatever I received, ਕਿਉਂਕਿ ਮੈਂ ਤਾਂ ਕੁਛ ਵੀ ਨਹੀਂ ਹੈਗਾ, I cannot actually achieve that, ਉਹਦੀ ਦਿੱਤੀ ਆ। ਸੋ ਜੇ ਤਾਂ ਹੀ ਇਸ ਚੀਜ਼ ਦੇ ਉੱਤੇ ਇਹਨੂੰ ਇਸ ਸਿੱਖਿਆ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈਗੀ ਆ। ਇਸ ਪੌੜੀ ਦੇ ਵਿੱਚ ਸਭਨਾ ਜੀਆਂ ਦਾ ਇੱਕ ਦਾਤਾ, ਇਹ ਸਭ ਕੁਝ ਸਾਰਿਆਂ ਨੂੰ ਦੇਣ ਵਾਲਾ ਉਹ ਇੱਕੋ ਹੀ ਦਾਤਾ ਆ। ਸੋ ਮੈਂ ਬਿਸਮਿਲ੍ਲਾ, ਇਹ ਮੈਨੂੰ ਕਦੀ ਭੁੱਲ ਨਾ ਜਾਵੇ, ਮੈਨੂੰ ਇਹ ਸਦਾ ਹੀ ਯਾਦ ਰਹੇ, ਮੈਨੂੰ ਸਦਾ ਹੀ ਯਾਦ ਰਹੇ। ਜੇ ਤੁਹਾਨੂੰ ਇਹ ਰਹੂਗਾ ਤਾਂ ਫਿਰ ਕੀ ਹੋਣਾ ਹੈਗਾ? ਜਿਹੜੀ ਵੀ ਦਾਤ ਹੈਗੀ ਹੁਣ ਤੁਸੀਂ ਨਿਸ਼ਾਨ ਮੰਨਦੇ, ਆਪਾਂ ਪਹਿਲਾਂ ਪੜ੍ਹੀਆਂ ਸੀਗੀਆਂ ਨਾ, ਗਾਵੇ ਕੋ ਤਾਨ ਹੋਵੇ ਕਿਸੇ ਥਾਂ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਫਿਰ ਤੁਸੀਂ ਸਮਝੋਗੇ ਵੀ ਹਾਂ ਜੇ ਮੈਨੂੰ ਹੱਥ ਵੀ ਦਿੱਤਾ ਇਹ ਉਹਦੀ ਨਿਸ਼ਾਨੀ ਹੈਗੀ ਆ, ਵੀ ਉਹਦੀ ਮਿਹਰ ਦੀ ਨਿਸ਼ਾਨੀ ਹੈ। ਓਕੇ, then you will think about that one. ਸੋ ਤੁਹਾਨੂੰ ਹਰੇਕ ਚੀਜ਼ ਦੇ ਵਿੱਚ ਵਾਹਿਗੁਰੂ ਦਿਸਣ ਲੱਗ ਪੈਂਦਾ। ਹਰੇਕ ਚੀਜ਼ ਜੋ ਕੁਝ ਵੀ ਉਹਨੇ ਦਿੱਤਾ ਹੁੰਦਾ ਉਹਦੇ ਵਿੱਚ ਵਾਹਿਗੁਰੂ ਦਿਸਣ ਲੱਗ ਪੈਂਦਾ। ਸੋ ਇਸ ਕਰਕੇ ਇਸ ਵੈਰੀ ਫੰਡਾਮੈਂਟਲ ਪੁਆਇੰਟ ਮੈਂ ਇਹਦੇ ਵਿੱਚ ਦੱਸਿਆ ਵੀ ਇਹ ਜਿਹੜੀ ਸਿੱਖਿਆ ਹੈਗੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ। ਓਕੇ, ਸੋ ਇਹਦਾ ਜਿਹੜਾ ਮੈਂ ਇੱਥੇ ਟ੍ਰਾਂਸਲੇਸ਼ਨ ਕੀਤਾ ਹੈਗਾ ਉਹ ਇਹ ਕੀਤਾ ਹੈਗਾ,
If one would listen to the Guru's one teaching, then James, Jules and Paul, parenthesis, that is invaluable merits, gun, okay, will grow within his or her intellect ਉਹਦੇ ਮੱਤ ਦੇ ਵਿੱਚ। ਇਸੇ ਚੀਜ਼ ਨੂੰ ਅਸੀਂ ਕਹਿੰਦੇ ਹੈਗੇ ਆ ਵੀ ਆਪਣੀ ਮੱਤ ਤਿਆਗਣੀ ਹੈਗੀ ਆ, ਗੁਰੂ ਦੀ ਮੱਤ ਲੈਣੀ ਹੈਗੀ ਆ। ਉਹਦਾ ਕੀ ਮਤਲਬ ਹੋਇਆ ਵੀ ਜੋ ਕੁਝ ਵੀ ਅਸੀਂ ਆਪਣੀਆਂ ਚਤੁਰਾਈਆਂ ਦੇ ਨਾਲ ਜਾਂ ਇੰਟਲੈਕਟ ਦੇ ਨਾਲ ਆਪਾਂ ਕਰਦੇ ਸੀਗੇ ਉਹ ਨਹੀਂ ਹੁਣ ਕਰਨਾ। ਜਿਹੜਾ ਇਹ ਸੀਡ ਜਿਹੜਾ ਹੈਗਾ ਗੁਰੂ ਨੇ ਪਾਇਆ ਉਹਨੂੰ ਗਰੋ ਕਰਨਾ, ਉਹਦੇ ਉੱਤੇ ਐਕਟ ਕਰਨਾ ਹੈਗਾ, ਉਹਨੂੰ ਕਹਿੰਦੇ ਗੁਰਮਤਿ। ਉਹ ਤਾਂ ਗਰੋ ਤਾਂ ਹੀ ਹੋਊਗੀ ਵੀ ਜੇ ਅਸੀਂ ਉਹਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਲਿਆਵਾਂਗੇ, ਉਹਦੇ ਉੱਤੇ ਕੰਮ ਕਰਾਂਗੇ ਜੇ ਕਮਾਈ ਕਰਾਂਗੇ ਉਸ ਦੇ ਉੱਤੇ, then it will directly grow, ਉਹਨੇ ਪੈਦਾ। ਓਕੇ, ਕੋਈ ਇਹਦੇ ਉੱਤੇ ਸਵਾਲ ਜਾਨੀ ਇਸ ਪੁਆਇੰਟ ਦੇ ਉੱਤੇ? ਚੰਗਾ, ਨੈਕਸਟ ਵਨ। ਹੁਣ 7ਵੀਂ ਪੌੜੀ ਤੇ ਆ ਜੇ ਜੋ ਵਿਚਾਰੇ ਆਜਾ ਹੋਰ ਜੋ ਸੁਣੀ ਹੋਵੇ ਨਵਾਂ ਖੰਡਾ I forgot to put the ਕਰਨਾ up there ਆਰ ਵਿੱਚ ਜਾਣੀ ਹੈ ਕਿਉਂਕਿ ਬਾਕੀ ਸਾਰੇ ਥਾਂ ਤੇ ਮੈਂ ਪਾਤਾ ਸੀ। ਇੱਥੇ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਦੇ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਦੋਸ਼ੀ ਦੋਏ ਪ੍ਰੋਨਾਂਸੀਏਸ਼ਨ ਇਹਦੇ ਵਿੱਚ ਜਿਹੜੇ ਹੈਗੇ ਕਰੈਕਟ ਹੈਗੇ। ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝੀ ਜੇ ਤਿਸ ਗੁਣ ਕੋਏ ਕਰੇ। ਬੜੀ ਸਿੰਪਲ ਲੈਂਗੁਏਜ ਹੈਗੀ ਆ, ਸਾਰਾ ਕੁਝ ਬੜਾ ਸੋਹਣਾ ਸਮਝ ਆ ਜਾਂਦਾ ਹੈਗਾ, ਪਰ ਇੰਪੋਰਟੈਂਟ ਚੀਜ਼ ਇਹਦੇ ਵਿੱਚ ਆ ਜਿੰਨੀ ਦੇਰ ਅਸੀਂ ਇਹਦੀ ਵਿਚਾਰ ਨਾ ਕਰਾਂਗੇ ਨਾ ਉਨੀ ਦੇਰ ਸਾਨੂੰ ਪਤਾ ਨਹੀਂ ਲੱਗਣਾ ਹੈਗਾ ਕਈਆਂ ਗੱਲਾਂ ਦਾ। ਹੁਣ ਦਿਸ ਵਰਡ ਜਿਹੜਾ ਹੈਗਾ ਪਹਿਲਾਂ ਜਦੋਂ ਆਇਆ ਹੈਗਾ ਕੀਟਾਂ ਦੋਸ਼ੀ ਨਿਰਗੁਣ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝੀ ਜੇ ਤਿਸ ਗੁਣ ਕਰੇ। ਉਹ ਤਿਸ ਕੌਣ ਹੈ ਸਾਨੂੰ ਸਮਝਣਾ ਪੈਣਾ। ਇਸੇ ਇਹਦੇ ਵਿੱਚੋਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈਗਾ ਵੀ ਜੇ ਅਸੀਂ ਗੱਲ ਕਰਦੇ ਸੀਗੇ ਵੀ ਆ ਸਾਰੀ ਜੇ ਤਿਸ ਨਜ਼ਰ ਨਾ ਆਵੇ, ਆ ਜਿਹੜਾ ਤਿਸ ਹੈਗਾ ਇਹ ਤਾਂ ਆਹ ਤੇ ਇੱਕੋ ਹੀ ਆ ਜਾਂ ਇਹਨਾਂ ਦੇ ਵਿੱਚ ਕੋਈ ਫਰਕ ਹੈਗਾ? ਹੋਏ ਇੱਕੋ ਤਰ੍ਹਾਂ ਲਿਖੇ ਹੋਏ ਹੈਗੇ, ਸੱਸੇ ਨੂੰ ਔਂਕੜ ਪਿਆ ਹੈਗਾ, ਪਰ ਇਹਨਾਂ ਦੇ ਵਿੱਚ ਫਰਕ ਹੈਗਾ। ਹੁਣ ਜਦ ਆਪਾਂ ਮੀਨਿੰਗ ਕਰਨਾ ਆਲ ਗੋ ਥਰੂ ਦਾ ਡੀਟੇਲ ਔਨ ਦੈਟ ਵਨ ਵਾਈ ਇਟ ਇਜ਼ ਸੋ, ਕਿਉਂਕਿ ਇੱਥੇ ਜਿਹੜਾ ਹੈਗਾ ਨਾ ਇਹਨਾਂ ਚੀਜ਼ਾਂ ਨੂੰ ਜਦ ਤੁਸੀਂ ਕਰਦੇ ਹੈਗੇ ਆ, ਈਵਨ the who people who are the scholars who are expert in grammar and ਜਿਨ੍ਹਾਂ ਦੀ ਕਮਾਈ ਵੀ ਬਹੁਤ ਜ਼ਿਆਦਾ ਹੋਈ ਹੈਗੀ ਆ, ਉਹ ਵੀ ਇੱਕ ਦੂਏ ਨਾਲ ਐਗਰੀ ਨਹੀਂ ਕਰਦੇ ਹੈਗੇ ਵੀ ਇੱਥੇ ਹੁਣ ਕਿਹਨੂੰ ਐਡਰੈਸ ਕੀਤਾ ਗਿਆ। ਇਹਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਉਹ ਗਲਤ ਆ, ਓਕੇ, ਉਹਨਾਂ ਦੇ ਵਿੱਚੋਂ ਕੋਈ ਵੀ ਠੀਕ ਹੋ ਸਕਦਾ ਹੈਗਾ ਔਰ ਦੋਨੇ ਵੀ ਠੀਕ ਹੋ ਸਕਦੇ ਹੈਗੇ ਆ। ਉਹਦੇ ਵਿੱਚ ਅਸੀਂ ਇਹ ਦੇਖਣਾ ਹੈਗਾ ਵੀ ਜੇ ਇਟ ਇਜ਼ ਕੰਸਿਸਟੈਂਟ ਵਿਦ ਦ ਸਿੱਖੀ ਕਾਨਸੈਪਟ, ਬਾਕੀ ਜੋ ਬਾਣੀ ਕਹਿੰਦੀ ਹੈਗੀ ਆ ਸਾਰਾ ਕੁਝ ਉਹਦੇ ਹਿਸਾਬ ਨਾਲ ਐਂਡ ਐਵਰੀਥਿੰਗ ਯੂ ਨੋ ਵੈਰ ਉਸੇ ਤੋਲ ਦੇ ਉੱਤੇ ਤੁਲ ਰਿਹਾ ਹੈਗਾ, ਉਹਦੇ ਨਾਲ ਕਿਤੇ ਸਾਨੂੰ ਕਾਨਸੈਪਟ ਨਹੀਂ ਚੇਂਜ ਕਰਨਾ ਪੈਣਾ। ਸਾਡੀ ਲਾਈਫ ਤਾਂ ਅਸੀਂ ਕਮਾਈ ਕਰਨੀ ਹੈ ਬੇਸਡ ਔਨ ਕਾਨਸੈਪਟ ਸਰ, ਸੋ ਇਟ ਡਜ਼ਨਟ ਮੇਕ ਡਿਫਰੈਂਸ। ਇੱਦਾਂ ਹੀ ਉਹਨਾਂ ਨੇ ਕਮਾਈ ਕੀਤੀ ਹੈਗੀ ਆ, ਜੋ ਵੀ ਉਹਨਾਂ ਦੀ ਅੰਡਰਸਟੈਂਡਿੰਗ ਸੀਗੀ ਉਹਦੇ ਨਾਲ ਉਹਨਾਂ ਨੇ ਆਪਣਾ ਮੀਨਿੰਗ ਲੈ ਦਿੱਤਾ ਵੀ ਆਹ ਹੈਗਾ। ਇਸੇ ਕਰਕੇ ਚੰਗੇ ਸਕਾਲਰ ਵੀ ਕਮਾਈ ਵਾਲੇ ਵੀ ਅਸੀਂ ਕਈ ਵਾਰੀ ਕਹਿੰਦੇ ਹਾਂ ਇਸ ਸੰਤ ਨੇ ਆਹ ਕਿਹਾ ਹੈਗਾ, ਆਹ ਬਾਬੇ ਨੇ ਆਹ ਕਿਹਾ ਹੈਗਾ, ਜਾਂ ਆਹ ਸਕਾਲਰ ਨੇ ਆਹ ਕਿਹਾ, ਆਹ
ਆਈ ਟੈਲ ਯੂ ਦੇ ਕੁਡ ਬੀ ਰਾਈਟ ਜਨਾਬ। ਮੈਂ ਇਹ ਨਹੀਂ ਹੁਣ ਸੰਤਾਂ ਤਾਂ ਬਾਬਿਆਂ ਨੂੰ ਨਹੀਂ ਕਰ ਰਿਹਾ, ਮੈਂ ਸੰਤ ਉਹਨਾਂ ਦੀ ਗੱਲ ਕਰਦਾ ਜਿਹੜੇ ਟਰੂ ਸੰਤ ਸੀਗੇ, ਓਕੇ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ ਗਿਆ ਸੀਗਾ, ਜਿੱਦਾਂ ਬਾਬਾ ਬੁੱਢਾ ਜੀ ਹੋਏ ਹੈਗੇ ਆ, ਭਾਈ ਗੁਰਦਾਸ ਜੀ ਹੋਏ ਆ, ਭਾਈ ਮਨੀ ਸਿੰਘ ਜੀ ਹੋਏ ਹੈਗੇ ਆ। ਮੈਂ ਇੱਦਾਂ ਦੇ ਬੰਦਿਆਂ ਦੀਆਂ ਗੱਲਾਂ ਕਰਦਾ ਹੈਗਾ। ਉਹਨਾਂ ਦੇ ਵੀ ਜਦ ਤੁਸੀਂ ਕਿਤੇ ਪੜ੍ਹੋਗੇ, ਜੇ ਕਿਤੇ ਖਿਆਲ ਕਿਤੇ ਕੋਈ ਦੱਸਿਆ, you can sometimes find the difference between Bhai Nand Lal ji and Bhai Gurdas ji, you know, some places. But the concept wise you cannot, ਕਿਉਂਕਿ ਉਹ ਇੱਕੋ ਹੀ ਹੋਊਗਾ, ਮੀਨਿੰਗ ਜਿਹੜਾ ਹੋਊਗਾ ਸੋ ਸਕਦਾ ਵੀ ਕਿਸੇ ਉਹਨਾਂ ਨੇ ਹੋਰ ਤਰ੍ਹਾਂ ਕੀਤਾ। Let's actually start with the first line. ਜੇ ਜੁਗ ਚਾਰੇ ਆ ਜਾ ਹੋਰ ਦਸੂ। ਬੜਾ ਸਿੰਪਲ ਹੈ। ਜੇ if ਜੁਗ ਜਿਹੜੇ ਕੱਚੇ ਹੋਏ ਹੈਗੇ ਆ, ਸਤਿਯੁਗ, ਤ੍ਰੇਤਾ, ਦੁਆਪਰ, ਤ੍ਰੇਤਾ ਤਾਂ ਆਪਣਾ ਕਲਯੁਗ, ਉਹ ਚਾਰ ਯੁਗ। ਆਰਜਾ ਦਾ ਮਤਲਬ ਹੁੰਦਾ ਵੀ ਉਮਰ, ਏਜ। ਜੇ ਜੁਗ ਚਾਰੇ, ਚੌਹਾਂ ਜੁਗਾਂ ਜਿੰਨੇ, ਇੱਕ ਯੁਗ ਜਿਹੜਾ ਹੈਗਾ ਨਾ ਉਹ ਬਹੁਤ ਵੱਡਾ ਆ। ਕਲਯੁਗ ਜਿਹੜਾ ਹੈਗਾ ਉਹ ਸਾਰਿਆਂ ਨਾਲੋਂ ਛੋਟਾ ਆ, ਤਾਂ ਉਹਦੀ ਸਿਰਫ ਜਿਹੜੀ ਹੈਗੀ ਉਮਰ ਹੈਗੀ ਆ 364,000 ਸਾਲ ਆ। ਤੇ ਜਿਹੜਾ ਹੈਗਾ ਉਦੋਂ ਅਗਲਾ ਉਦੋਂ ਦੋ ਗੁਣਾ ਹੈਗੀ ਆ। ਸੋ ਇਹਦਾ ਮਤਲਬ ਉਹ 700 ਕੁਛ ਹਜ਼ਾਰ ਸਾਲ ਹੋ ਗਿਆ। ਜਦ ਤੁਸੀਂ ਦੁਆਪਰ 'ਚ ਜਾਣਾ ਹੈਗਾ ਤਾਂ ਉਹਦੇ ਵਿੱਚ ਕੀ ਹੋਇਆ ਹੈਗਾ, ਤ੍ਰੇਤੇ ਦੇ ਵਿੱਚ ਜਾਣਾ ਹੈਗਾ, ਉਹਦੀ ਉਦੋਂ ਵੀ 3 ਗੁਣਾ ਹੈਗੀ ਆ, ਜਾਨੀ ਕਲਯੁਗ ਨਾਲ। ਹੁਣ ਤੁਸੀਂ ਮਿਲੀਅਨ ਤੋਂ ਉੱਤੇ ਵੀ ਗੱਲ ਕਰਦੇ ਹੈਗੇ, ਜਦ ਸਤਯੁਗ ਦੀ ਕਰਦੇ ਉਹਦੀ ਹੋਰ ਵੀ ਜਾਨੀ 4 ਗੁਣਾ ਹੈਗੀ ਆ। ਸੋ what they are saying is ਵੀ ਤੁਹਾਡੀ ਜਿੰਨੀ ਮਰਜ਼ੀ ਉਮਰ ਲੰਬੀ ਹੋ ਜਾਵੇ, ਭਾਵੇਂ ਮਿਲੀਅਨਸ ਆਫ ਸਾਲ ਹੋ ਜਾਵੇ, ਓਕੇ, ਉਹ ਕਹਿੰਦੇ ਉੱਥੇ ਹੀ ਨਾ ਹੋਵੇ ਵੀ ਉਹ ਸਾਰਿਆਂ ਨੂੰ ਜਮਾ ਕਰਕੇ ਉਦੋਂ ਵੀ 10 ਗੁਣਾ ਹੋਰ ਹੋ ਜਾਵੇ, ਓਕੇ। ਇਹ ਤਾਂ ਪਹਿਲਾ ਪੁਆਇੰਟ ਉਹਨਾਂ ਨੇ ਕੀਤਾ ਹੈਗਾ ਵੀ ਜੇ ਇਫ ਮੋਰਟਲ ਬੰਦੇ ਦੀ, ਮੈਂ ਮੋਰਟਲ ਬੰਦੇ ਨੂੰ ਕਿਹਾ ਆ, ਜਾਂ ਇਫ one's age, if mortal age is prolonged to be of 4 ages or even 10 times more, ਤਾਂ ਦੂਜਾ ਜਿਹੜਾ ਹੈਗਾ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨਾ, ਹਾਲੇ ਉਹਨਾਂ ਨੇ ਕਨਕਲੂਜਨ ਨਹੀਂ ਕੁਝ ਵੀ ਕੱਢਿਆ ਹੈਗਾ। ਇੱਕ ਚੀਜ਼ ਇਹ ਕਹਿਤੀ ਵੀ ਆਹ ਹੋ ਜਾਵੇ, ਤਾਂ ਨਾਲ ਹੁਣ ਦੂਜੀ ਚੀਜ਼ ਦੱਸਣ ਲੱਗੇ ਤੇ ਆਹ ਵੀ ਹੋ ਜਾਵੇ। ਉਹ ਕੀ ਕਿਹਾ ਹੈਗਾ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੇ ਸਭ ਕੋਲ। ਉਹਦਾ ਮਤਲਬ ਹੈਗਾ ਦੂਜੇ ਤੇ ਚਲੇ ਜਾਣਾ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੇ ਸਭ ਹੋਏ। ਹੁਣ ਇਹਦੇ ਵਿੱਚ 9 ਖੰਡ, ਜਾਂ 9 ਖੰਡ ਦੀ ਕਰਦੇ, 9 ਖੰਡ ਪ੍ਰਿਥਵੀ ਨੂੰ ਵੀ ਕਿਹਾ, ਕਈ ਵਾਰੀ ਅਰਥ ਦੇ 9 ਖੰਡ, ਜਿੱਦਾਂ 9 ਦੀਪ ਕਹਿੰਦੇ ਹੈਗੇ ਆ। ਪਰ ਆਮ ਤੌਰ ਤੇ ਜਦ 9 ਖੰਡ ਦੀ ਗੱਲ ਹੁੰਦੀ ਹੈਗੀ ਆ, ਵੀ ਆਰ ਟਾਕਿੰਗ ਅਬਾਊਟ ਦਾ ਹੋਲ ਵਰਲਡ, ਇੰਟਾਇਰ ਵਰਲਡ। ਕਹਿਣ ਦਾ ਮਤਲਬ ਸਾਰੀ ਦੀ ਸਾਰੀ ਦਾ, ਜਿੰਨੇ ਮਰਜ਼ੀ ਉਹਦੇ ਹਿੱਸੇ ਕਰ ਲਓ, ਜਿੱਦਾਂ ਮਰਜ਼ੀ ਉਹਨੂੰ ਡਿਵਾਈਡ ਕਰ ਲਓ, ਉਹਦਾ ਮਤਲਬ ਹੁੰਦਾ ਵੀ ਸਾਰੀ ਦੀ ਸਾਰੀ ਦੁਨੀਆ, ਓਕੇ, ਆਲ ਆਫ ਦਾ ਵਰਲਡ ਜਾਣੀਆ। ਤਲਾਵਾਂ ਲੱਗੀਆਂ, ਜੋ ਇਹ ਕੋਈ ਜਾਣਿਆ ਜਾਏ, ਓਕੇ। ਕਹਿਣ ਦਾ ਮਤਲਬ ਉਹਨੂੰ ਸਾਰੇ ਜਾਣਦੇ ਹੋ। ਹੁਣ ਕੋਈ ਬੰਦਾ ਇੱਕ ਪਿੰਡ ਦੇ ਵਿੱਚ ਰਹਿੰਦਾ, ਉਹਨੂੰ ਕੋਈ ਨਹੀਂ ਜਾਣਦਾ ਹੈਗਾ, ਉਹਦੀ ਰਿਸਪੈਕਟ ਵੀ ਐਸੀ ਵੈਸੀ ਹੁੰਦੀ ਹੈਗੀ। ਹੁਣ ਉਸੇ ਪਿੰਡ ਦਾ ਜਿਹੜਾ ਸਰਪੰਚ ਹੈਗਾ, ਉਹਨੂੰ ਬੰਦੇ ਹੋਰ ਤਰ੍ਹਾਂ ਦੇਖਦੇ ਹੈਗੇ, ਕਿਉਂਕਿ ਸਾਰੇ ਜਾਣਦੇ ਆ ਵੀ ਇਹਦੀ ਪੋਜੀਸ਼ਨ ਵੀ ਹੈਗੀ ਆ, ਇਹਦੇ ਕੋਲ ਪਾਵਰ ਵੀ ਹੈਗੀ ਆ, ਇਹਦਾ ਵੀ ਆ। ਇੱਦਾਂ ਹੀ ਗਾਹਾਂ ਲੈ ਜਾਓ ਆਲ ਦਾ ਵੇ ਅਪ ਟੂ ਦਾ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ, ਜੋ ਕੁਛ ਵੀ ਹੈਗਾ ਉਹਨੂੰ ਉਹ ਸਾਰਾ ਦੇਸ਼ ਜਾਣਦਾ ਹੁੰਦਾ। ਤੇ ਕਈ ਵਾਰੀ ਇੱਦਾਂ ਦੇ ਵੀ ਹੁੰਦੇ ਆ, ਜਿਹੜੀਆਂ ਕੰਟਰੀਆਂ ਦੇ ਕੋਲ ਜ਼ਿਆਦਾ ਪਾਵਰ ਹੈਗੀ ਆ, ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੀ ਹੈਗੀ, ਉਹਨਾਂ ਨੂੰ ਸਾਰੀ ਵਰਲਡ ਦੇ ਵਿੱਚ ਸਾਰੇ ਲੋਕੀ ਜਾਣਦੇ ਆ। ਉਹ ਕਹਿੰਦੇ ਇੱਦਾਂ ਦਾ ਵੀ ਬੰਦਾ ਕੋਈ ਹੋ ਜਾਵੇ ਵੀ ਜਿਹਨੂੰ
ਸਾਰੀ ਦੀ ਸਾਰੀ ਦੁਨੀਆ ਜਾਣਦੀ ਹੋਵੇ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਉਮਰ ਲੰਮੀ ਹੋ ਜਾਵੇ, ਹੁਣ ਕਹਿੰਦੇ ਆ ਕਿ ਇਦਾਂ ਦਾ ਹੋ ਜਾਵੇ ਵੀ ਉਹਨੂੰ ਸਾਰੇ ਜਾਣਦੇ ਹੋਣ, ਵੀ ਬੜੀ ਰਿਸਪੈਕਟ ਹੈਗੀ ਆ ਉਹਨੂੰ ਸਾਰੇ ਥਾਂ ਦੇ ਉੱਤੇ ਲੋਕ ਜਿਹੜੇ ਹੈਗੇ ਆ ਨਾ, ਤਾਂ ਉਹਦੇ ਨਾਲ ਚੱਲੇ ਸਭ ਕੋਏ। ਤਾਂ everybody actually walks with them. In other word, everybody follows them. ਜੋ ਕੁਝ ਵੀ ਉਹ ਕਹਿੰਦਾ ਹੈਗਾ ਉਹ ਕਰਦੇ ਹੈਗੇ। ਓਕੇ, ਹੁਣ ਨੈਕਸਟ ਵਨ ਜਿਹੜਾ ਹੈਗਾ ਉਹ ਕਹਿੰਦੇ ਚੰਗਾ ਨਾਮ ਰਖਾਇਕ ਹੈ ਜਸ ਕੀ ਰਜਕ। ਹੁਣ ਇਹਦੇ ਵਿੱਚ ਦੱਸ ਰਿਹਾ ਹੈ ਵੀ ਚੰਗਾ ਨਾਮ ਰਖਾ ਕੇ, ਇਹ ਨਹੀਂ ਹੋ ਵੀ ਆਪਣਾ ਨਾਮ ਓਬਾਮਾ ਕਰ ਲਿਆ ਤਾਂ ਸਾਰੇ ਜਾਣੇ ਜਾਣਦੇ, ਕੋਈ ਹੋਰ ਵੀ ਹੋਊਗਾ ਜਿਹੜਾ ਆਪਣਾ ਨਾਮ ਜਾਨੀ ਉਹ ਰੱਖ ਲਊਗਾ ਉਹਦਾ ਓਬਾਮਾ ਦਾ ਟੋਟਲ ਨਾਮ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਦੀ ਉਨੀ ਰਿਸਪੈਕਟ ਹੋਣੀ ਹੈ ਕਿ ਜਿੰਨੀ ਓਬਾਮੇ ਦੀ ਹੋ ਰਹੀ ਹੈਗੀ ਆ। ਇੱਦਾਂ ਉਹਦਾ ਮਤਲਬ ਇਹ ਹੈਗਾ ਵੀ ਜੇ ਉਹ ਇੱਦਾਂ ਦਾ ਬੰਦਾ ਹੋਵੇ ਉਹਨੂੰ ਸਾਰੇ ਜਾਣਦੇ ਹੈਗੇ ਆ, if he had earned that kind of a name throughout the world, okay, just Kir Jagle, and then he is receiving the respect and honor from everybody. ਉਹ ਕਹਿੰਦੇ ਇੱਥੇ ਵੀ ਨਹੀਂ, ਹੁਣ 3 ਚੀਜ਼ਾਂ ਹੋ ਗਈਆਂ। ਆਜਾ ਵੀ ਵੱਡੀ ਹੋ ਜਾਵੇ, ਸਾਰੇ ਉਹਨੂੰ ਜਾਣਦੇ ਵੀ ਹੋਣ, ਉਹਦੇ ਸਾਰੇ ਜਿਹੜੇ ਹੈਗੇ ਰਿਸਪੈਕਟ ਵੀ ਕਰਦੇ ਹੋਣ ਵੀ ਉਹ ਚੰਗਾ ਹੈਗਾ, ਉਹਨੇ ਆਹ ਕਰ ਦਿੱਤਾ, ਉਹ ਕਰ ਦਿੱਤਾ ਜਾਂ ਆਹ ਕਰ ਦਿੱਤਾ। ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨੂੰ ਪੁੱਛਣਗੇ। ਹੁਣ ਇੱਥੇ ਜਿਹੜਾ ਤਿਸ ਹੈਗਾ ਨਾ, ਇਹ ਗੱਲ ਬੜੀ ਵਾਹਿਗੁਰੂ ਦੀ। ਜੇ ਉਹ ਵਾਹਿਗੁਰੂ ਦੀ ਨਜ਼ਰ ਦੇ ਥੱਲੇ ਨਹੀਂ ਆਉਂਦਾ ਹੈਗਾ ਨਾ, ਤਾਂ ਉਹਨੂੰ ਕਿਸੇ ਨੇ ਕੁਛ ਨਹੀਂ ਪੁੱਛਣਾ ਹੈਗਾ। ਕਰ ਤਾਂ ਦੇਣਗੇ ਕਿਉਂਕਿ ਉਹਦੇ ਕੋਲ ਪਾਵਰ ਹੈਗੀ ਆ, ਡਰਦੇ ਹੈਗੇ, ਉਹਦੇ ਮਗਰ ਚੱਲਦੇ ਹੈਗੇ, ਜੋ ਕੁਝ ਕਰਦੇ ਹੈਗੇ ਆ ਕਰੀ ਜਾਣਗੇ। ਪਰ ਜਿਹੜੀ ਐਕਚੁਅਲ ਰਿਸਪੈਕਟ ਹੈਗੀ ਆ, he doesn't have it. They are doing it, you know, because they have to. ਉਹਦੀ ਜਦ ਕਿਤੇ ਉਹ ਮਾੜਾ ਜਿਹਾ ਉਸ ਅਹੁਦੇ ਤੋਂ ਉਤਰਿਆ ਨਹੀਂ। ਇੱਦਾਂ ਦੇ ਵੀ ਤੁਸੀਂ ਦੇਖੇ ਹੈਗੇ ਆ ਨਾ, ਜਿਨ੍ਹਾਂ ਦੇ ਪਹਿਲਾਂ ਪੋਲੀਟੀਕਲੀ ਬੜਾ ਉੱਤੇ ਚੜੇ ਹੁੰਦੇ ਆ, ਜਦ ਫਿਰ ਥੱਲੇ ਰਹਿੰਦੇ ਉਹਨਾਂ ਕੋਲ ਪੁੱਛਦਾ ਵੀ ਨਹੀਂ। ਐਗਜ਼ੈਕਟਲੀ ਸੇਮ ਥਿੰਗ ਇੱਥੇ ਪੁਆਇੰਟ ਕਰ ਰਹੇ ਹੈਗੇ ਆ ਵੀ ਜੇ ਉਹਦੀ ਉਹ ਨਜ਼ਰ ਦੇ ਥੱਲੇ ਨਹੀਂ ਆਇਆ ਹੈਗਾ ਵਾਹਿਗੁਰੂ ਦੀ, ਤਾਂ then ਉਹਦੀ ਕਿਸੇ ਨੇ ਬਾਤ ਨਹੀਂ ਪੁੱਛਣੀ ਹੈਗੀ। ਓਕੇ, ਹੁਣ ਅਗਲਾ ਜਿਹੜਾ ਹੈਗਾ ਕੀਟਾਂ ਅੰਦਰ ਕੀਟਕਾਰ। ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸਤ ਧਰੇ। ਹੁਣ ਇਸ ਲਾਈਨ ਦੇ ਵਿੱਚ 1-2 ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਦੇ। ਕੀਟਾਂ ਅੰਦਰ ਕੀਟ, ਕੀਟ ਦਾ ਮਤਲਬ ਹੁੰਦਾ ਕੀੜਾ, ਕੀਟਾਂ ਪਲੂਰਲ ਆ ਉਹਦਾ। ਜਿਹੜਾ ਕੀੜਿਆਂ ਦੇ ਵਿੱਚ ਵੀ ਮਾੜਾ ਕੀੜਾ ਹੋਵੇ, ਆਮ ਤੌਰ ਤੇ ਜਿੱਦਾਂ ਮੈਗਟ ਵਗੈਰਾ ਹੈਗੇ ਆ, ਜਾਂ ਜਿਹੜੇ ਹੈਗੇ ਆ ਰਬਿਸ਼ ਦੇ ਵਿੱਚ ਕੀੜੇ ਆ ਜਾਂਦੇ ਹੈਗੇ ਆ, ਜਿੰਨੇ ਵੀ ਆ ਹੈਗੀ ਆ ਆਪਣਾ ਜੋ ਵੀ ਚੀਜ਼ ਜਿਹੜੀ ਹੈਗੀ ਇੰਨੀ ਡਰਟੀ ਹੈਗੀ ਉਹਦੇ ਵਿੱਚ ਪੈਦਾ ਹੋਏ, ਉਹਨਾਂ ਨੂੰ ਕਹਿੰਦੇ ਹੈਗੇ ਆ ਵੀ ਜਿਹੜੇ ਕੀਟਾਂ, ਲੋਹਲੀ ਕੀੜੇ ਜਿਹੜੇ ਹੋਣ। ਓਕੇ, ਉਹਨੂੰ ਕਰ ਵਰਡ ਜਿਹੜਾ ਹੈਗਾ ਇਹ ਹੁਣ ਕਰਕੇ, ਬਣਾ ਕੇ, considering him, okay, the lowliest of the lowest world, okay, ਦੋਸ਼ੀ ਦੋਸਤ ਧਰੇ। ਹੁਣ ਦੋਸ਼ੀ ਕੌਣ ਆ? ਦੋਸ਼ੀ ਦਾ ਮਤਲਬ ਹੈਗਾ is it a sinner? ਵੀ ਕੋਈ ਵੀ ਜਿਹਨੂੰ ਦੋਸ਼ ਹੈਗਾ, ਦੋਸ਼ੀ ਹੈਗਾ, ਉਹਦੀ ਗੱਲ ਹੋ ਰਹੀ ਆ, ਜਾਂ ਹੈਗਾ ਵੀ ਉਸ ਬੰਦੇ ਨੂੰ, ਕਿਉਂਕਿ ਉਹ ਰੱਬ ਦੀ ਨਜ਼ਰ ਦੇ ਥੱਲੇ ਨਹੀਂ ਆਇਆ। he did not remember God, he does not appreciate his ਦਾਤਾ। ਮੈਨੂੰ ਇੰਨਾ ਕੁਝ ਜੋ ਕੁਝ ਵੀ ਮਿਲਿਆ ਹੈਗਾ ਵੀ ਇੱਥੇ ਤਾਂ ਉਹਦੀ ਦਾਤ ਆ, ਇਹ ਉੱਦਾਂ ਹੀ ਨਹੀਂ ਮਿਲਿਆ ਹੈਗਾ, ਵੀ ਉਹ ਦੋਸ਼ੀ ਆ। ਵੀ ਉਸ ਦੋਸ਼ੀ ਨੂੰ ਤਾਂ ਜਾਂ ਜਿਹੜੇ ਹੈਗੇ ਆ
ਪਬਲਿਕ ਹੈਗੀ ਆ ਜਿਹੜੀ ਕਹਿੰਦੇ ਹੈ ਕਿ ਬਾਤ ਨਾ ਪੁੱਛੇ ਕੋਈ ਕਿ the people in there, even some of, most of us are sinners, okay? ਵੀ ਉਹ ਬੰਦਾ ਜਿਹੜਾ ਹੈਗੇ ਆ ਜਿਹੜੇ ਦੋਸ਼ੀ ਆ ਉਹ ਵੀ ਉਹਦੇ ਉੱਤੇ ਦੋਸ਼ ਧਰਦੇ ਆ ਵੀ ਇਹ ਤਾਂ ਰੱਬ ਨੂੰ ਬਿਲਕੁਲ ਮੰਨਦਾ ਨਹੀਂ, ਇਹ ਤਾਂ ਕਿਰਕਾ ਨਹੀਂ ਆ, ਇਹ ਤਾਂ ਥੈਂਕਲੈਸ ਪਰਸਨ ਹੈਗਾ। Which one are we referring to? ਇੱਥੇ ਫਿਰ ਜਿਹੜੇ ਹੈਗੇ ਆ ਆਪਣੇ ਜਿਹੜੇ ਵਿਦਵਾਨ ਵੀ ਹੈਗੇ ਆ they don't agree ਵੀ ਕੀ ਹੋਣਾ ਚਾਹੀਦਾ। ਓਕੇ, ਹੁਣ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦੇਣੀਆਂ ਹੈਗੀਆਂ ਜਿਹਦੇ ਮੀਨਿੰਗ ਕੀਤੇ ਹੈਗੇ ਆ and both of them are correct according to grammar, ਜਿੱਦਾਂ ਉਹਨਾਂ ਨੇ ਕੀਤਾ ਹੈਗਾ। But and there are actually lot of examples from Gurbani ਜਿੱਦਾਂ ਤੁਸੀਂ ਕਹਿੰਦੇ ਸੀ ਨਾ, and I'm going to give you a couple of examples there, to show you ਵੀ ਦੋਹਾਂ ਦੇ ਪਿੱਛੇ ਜਦ ਇਹਦਾ ਆ ਜਾਂਦਾ ਹੈਗਾ ਬਿਹਾਰੀ ਵਾਲਾ ਲਫ਼ਜ਼, ਹੁਣ ਅਸੀਂ ਇਹਨੂੰ ਦੋਸ਼ੀ ਐਜ਼ ਏ ਨਾਉਨ ਕਰਕੇ ਸਿਨਰ ਕਹਿਣਾ, ਇੱਦਾਂ ਦੇ ਵੀ ਹੈਗੇ ਆ ਜਾਨੀ ਐਗਜ਼ਾਮਪਲਾਂ ਜਿੱਥੇ ਆ ਜਾਂਦਾ ਹੈਗਾ ਦੋਸ਼ੀ ਨੂੰ the sinner ਨੂੰ, ਉਹ ਵੀ ਐਗਜ਼ਾਮਪਲਾਂ ਹੈ। ਓਕੇ, ਪਰ ਅਸੀਂ ਹੁਣ ਇੱਥੇ ਮੀਨਿੰਗ ਕਿੱਦਾਂ ਕਰ ਲਏ, ਪਹਿਲਾਂ ਮੈਂ ਤੁਹਾਨੂੰ ਭਾਈ ਸਾਹਿਬ ਸਿੰਘ ਦਾ ਦੱਸ ਦਿੰਦਾ ਹੈਗਾ ਤਾਂ ਦਿਲ ਦੀ ਆ ਕੀਟਾਂ ਅੰਦਰ ਕੀਟਕਾ ਦੋਸ਼ੀ ਦੋਸਤ ਹੈ। ਹੁਣ ਉਹਦੇ ਵਿੱਚ ਉਹ ਕਹਿ ਲੈਂਦੇ ਆ ਕਿ ਯਾਰ ਉਸ ਦੋਸ਼ੀ ਨੂੰ ਇਹਦਾ ਮਤਲਬ it became a case, it became a objective case, ਦੋਸ਼ੀ ਨੂੰ ਨਾਲ ਲਾ ਕੇ। ਓਕੇ, ਵਾਹਿਗੁਰੂ ਵੀ ਉਹਨੂੰ ਦੋਸ਼ੀ ਦੋਸ਼ ਉਹਦੇ ਉੱਤੇ ਧਰਦਾ ਹੈਗਾ। ਓਕੇ, in other words he places ਦੋਸ਼ on him। ਓਕੇ, ਪਰ ਇਹਦੇ ਵਿੱਚ ਥੋੜੀ ਜਿਹੀ ਡਿਫਿਕਲਟੀ ਆਉਂਦੀ ਹੈਗੀ ਆ ਵੀ ਵਾਹਿਗੁਰੂ ਕਰਦਾ ਹੈਗਾ, ਤਾਂ ਫਿਰ ਉਹਨੂੰ ਐਕਸਪਲੇਨ ਕਰਨ ਲਈ ਕਹਿੰਦੇ the court of God, ਅਕਾਲ ਪੁਰਖ does that। I have hard time directly agreeing with that meaning. The reason is, ਪਹਿਲੀ ਗੱਲ ਤਾਂ ਹੈ ਕਿ ਅਕਾਲ ਪੁਰਖ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਉਹ ਤਾਂ ਪ੍ਰੇਮ ਦਾ ਮੁਜੱਸਮਾ ਹੈਗਾ, ਸਾਰਿਆਂ ਨਾਲ ਪ੍ਰੇਮ ਕਰਦਾ, ਲਾਭ ਆ ਸਾਰਾ ਕੁਝ ਉਹਦੇ ਕੋਲ ਤਾਂ ਇੱਕੋ ਚੀਜ਼ ਹੈਗੀ ਆ which he does। ਹਾਂ, ਉਹਦੇ ਰੂਲ ਬਣਾਏ ਹੋਏ ਹੈਗੇ ਆ, ਰੂਲਾਂ ਦੇ ਮੁਤਾਬਕ ਜਿਹੜੇ ਕਨਸੀਕੁਐਂਸਸ ਹੈਗੇ ਆ ਉਹ ਜਿਹੜੇ ਹੈਗੇ ਸਾਰੇ ਭੋਗਦੇ ਹੈਗੇ। ਓਕੇ, ਬਟ ਹੀ ਡਜ਼ ਨਾਟ ਐਕਚੁਅਲੀ ਡਜ਼ ਦੈਟ ਵੀ ਕਿਸੇ ਨੂੰ ਦੋਸ਼ੀ ਬਣਾਉਂਦਾ ਹੈ। ਫਿਰ ਇਹਦੇ ਤੋਂ ਆਉਂਦਾ ਹੈਗਾ ਵੀ ਜੇ ਇਹ ਜਦ ਭਾਈ ਸਾਹਿਬ ਸਿੰਘ ਨੇ ਇਸ ਤਰ੍ਹਾਂ ਕੀਤਾ ਹੈਗਾ, ਪਰ ਜੇ ਹੁਣ ਤੁਸੀਂ ਦੇਖੋ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਮੇਬੀ ਆਈ ਕੈਨ ਐਕਚੁਅਲੀ ਸੇ ਦੈਟ, ਕਿਉਂਕਿ ਵਾਹਿਗੁਰੂ ਦੇ ਕੋਲ ਤਾਂ ਉਹੀ ਜਾਊਗਾ ਜਿਹੜਾ ਚਲੇ ਗਿਆ, ਉਹਨੂੰ ਤਾਂ ਨਿਹਾਲ ਹੋ ਜਾਣਾ। ਹੀ ਇਜ਼ ਵਨ ਵਿਦ ਹਿਮ, ਉਹ ਤਾਂ ਆਨੰਦ ਦੇ ਵਿੱਚ ਚਲੇ ਗਿਆ, ਉਹ ਤਾਂ ਹੋ ਹੀ ਨਹੀਂ ਸਕਦਾ ਵੀ ਉਹ ਬੰਦਾ ਜਿਹੜਾ ਹੈਗਾ ਵੀ ਵਾਹਿਗੁਰੂ ਜਿਹਦੇ ਕੋਲ ਵਾਹਿਗੁਰੂ ਦੇ ਪਹੁੰਚ ਗਿਆ, ਵਾਹਿਗੁਰੂ ਦੀ ਕੋਲ ਜਿਹਨੂੰ ਵਾਹਿਗੁਰੂ ਦਿਸ ਪਿਆ, ਉਹਦੀ ਤਾਂ ਮੁਕਤੀ ਹੋ ਗਈ ਆ। He has achieved that salvation, that state। ਪਰ ਉੱਥੇ ਜਾਂਦਾ ਕਿੱਦਾਂ ਹੈਗਾ, ਸੋਚ ਕੇ ਦੇਖੋ। ਜਾਣਾ ਉਹਨੇ ਇਹ ਆ, ਗੁਰਬਾਣੀ ਬਾਰ-ਬਾਰ ਕਹਿੰਦੀ ਆ ਵੀ ਧਰਮ ਰਾਜ ਬਣਾਇਆ ਹੈ, ਧਰਮ ਰਾਜ ਜਿਹੜੇ ਵੀ ਉਹਦੀ ਕੋਰਟ ਹੈਗੀ ਆ ਨਾ, ਜੇ ਤੁਸੀਂ ਕਹਿਣਾ ਵਾਹਿਗੁਰੂ ਦੀ ਕੋਰਟ ਹੈਗੀ ਆ, ਕੋਰਟ ਜਿਹੜੀ ਹੈਗੀ ਆ, ਕੋਰਟ ਜਿਹੜੀ ਉਹ ਵਾਹਿਗੁਰੂ ਦੇ ਦਰਬਾਰ ਦੀ ਨਹੀਂ ਗੱਲ ਹੋ ਰਹੀ, ਉਹ ਹੋ ਰਹੀ ਹੈਗੀ ਆ ਵੀ ਵਾਹਿਗੁਰੂ ਦਾ ਜਿੱਥੇ ਵੀ ਇਹ ਜਿਹੜੇ ਫੈਸਲੇ ਹੁੰਦੇ ਹੈਗੇ ਆ ਨਾ, ਜਿੱਥੇ ਧਰਮਰਾਜ ਕਹਿੰਦੇ ਹੈਗੇ ਬੈਠਾ ਹੈਗਾ, ਫੈਸਲਾ ਕਰਦਾ ਹੈਗਾ ਵੀ ਆਹ ਬੰਦਾ ਅਕੋਰਡਿੰਗ ਟੂ ਕਰਮ ਇਹਦਾ ਇਹ ਨਰਕਾਂ 'ਚ ਜਾਊਗਾ ਜਾਂ ਸਵਰਗਾਂ 'ਚ ਜਾਊਗਾ, ਮੁੜ ਕੇ ਜਨਮ ਲਊਗਾ, ਆਹ ਕਰੂਗਾ, ਆਹ ਵਾਹਿਗੁਰੂ ਦੇ ਨਾਲ ਮਿਲ ਜਾਊਗਾ। ਜਿੱਥੇ ਵੀ ਜਾਨੀ ਤੁਹਾਡੇ ਕਰਮਾਂ ਕਰਕੇ ਜੋ ਕੁਝ ਵੀ ਤੁਸੀਂ ਐਕਸ਼ਨ ਕਰਕੇ ਜਿੱਥੇ ਤਾਈਂ ਪਹੁੰਚੇ ਹੋ, ਕਮਾਈ ਕਰਕੇ, ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਰਿਜ਼ਲਟ ਮਿਲਦਾ ਹੈਗਾ
ਹੁਣ ਇਹ ਗੁਰਬਾਣੀ ਦੇ ਵਿੱਚ ਬਾਰ-ਬਾਰ ਆਉਂਦਾ ਹੈਗਾ ਵੀ ਜਿਹੜੇ ਤਾਂ ਹੁੰਦੇ ਹੈਗੇ ਦੋਸ਼ੀ। ਹੁਣ ਧਰਮਰਾਜ ਤਾਂ ਜਿਹੜਾ ਹੈਗਾ ਵੀ ਉਹ ਤਾਂ ਵਾਹਿਗੁਰੂ ਦਾ ਸਰਵੈਂਟ ਆ, ਉਹਨਾਂ ਨੂੰ ਤਾਂ ਕਹਿੰਦੇ ਹੈਗੇ ਬੜਾ ਜਾਣੀ ਔਖਾ ਕਰਕੇ ਲਿਜਾਂਦੇ ਹੈਗੇ। ਤੇ ਜਿਹੜੇ ਹੁੰਦੇ ਹੈਗੇ ਆ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਆ, ਉਦੋਂ ਸਪੈਸ਼ਲੀ ਆਪਣੇ ਮੈਸੇਂਜਰਸ ਨੂੰ ਵੀ ਇੰਸਟਰਕਸ਼ਨ ਦਿੰਦਾ ਹੈਗਾ। ਮੈਸੇਂਜਰਸ ਆਫ ਡੈਥ ਜਿਹੜੇ ਆ ਨਾ, ਜਦ ਘੱਲਦਾ ਜਮਾਂ ਨੂੰ ਟਲਦਾ ਵੀ ਇਹਦੀ ਕਮਾਈ ਕੀਤੀ ਆ, ਇਹਨੂੰ ਕਿਤੇ ਤੁਸੀਂ ਕਿਸੇ ਤਰ੍ਹਾਂ ਤਾਂ ਕੁਛ ਨਾ ਕਰਿਓ, ਨਹੀਂ ਤਾਂ ਮੈਂ ਵੀ ਟਰਬਲ 'ਚ ਆ ਜਾਣਾ। ਇਹ ਵੀ ਵੈਰੀ ਕਲੀਅਰ ਇਨ ਗੁਰਬਾਣੀ ਮੋਸਟ ਆਫ ਦਾ ਪਲੇਸ। ਓਕੇ, ਉਹ ਫਿਰ ਬੜੀ ਰਿਸਪੈਕਟ ਨਾਲ ਉਹਨੂੰ ਲੈ ਕੇ ਜਾਂਦੇ ਹੈਗੇ ਆ ਵਾਹਿਗੁਰੂ ਦੇ ਦਰ ਤੇ, so that he can be one with God. Okay? ਸੋ ਉਹ ਤੋਂ ਵੀ ਪਤਾ ਲੱਗਦਾ ਜਦ ਤੁਸੀਂ ਗੁਰਬਾਣੀ ਨੂੰ ਏਦਾਂ ਸੋਚਦੇ ਆ, ਵਿਚਾਰ ਕਰਦੇ ਹੈਗੇ ਆ, ਵੀ that doesn't even support ਜਨੋਇਕਲੀ ਭਾਈ ਸਾਹਿਬ ਨੇ, ਕਿਉਂਕਿ ਵਾਹਿਗੁਰੂ ਨੇ ਨਹੀਂ ਕੀਤਾ ਹੈਗਾ ਵੀ ਇਹਨੂੰ ਦੋਸ਼ੀ ਠਹਿਰਾ ਕੇ ਤਾਂ ਹੀ held them in contempt ਵੀ ਤੂੰ ਮੇਰਾ ਨਾਮ ਨਹੀਂ ਜਪਿਆ, ਮੇਰਾ ਨਾਮ ਨਹੀਂ ਜਪਿਆ। ਵਾਹਿਗੁਰੂ ਨਹੀਂ ਕਹਿੰਦਾ। ਹਾਲੇ ਧਰਮ ਦਾ ਇਹ ਕਰ ਸਕਦਾ ਹੈਗਾ ਵੀ ਤੂੰ ਵਾਹਿਗੁਰੂ ਦਾ ਕੀਤਾ ਨਹੀਂ, ਤੂੰ ਕਿਰਤ ਖਾਣਿਆ, ਯੂ ਡੋਂਟ ਡਿਜ਼ਰਵ ਦੈਟ, ਯੂ ਡਿਜ਼ਰਵ ਪਨਿਸ਼ਮੈਂਟ ਫਾਰ ਦੈਟ। ਉਹ ਤੁਸੀਂ ਕਰ ਸਕਦੇ ਹੈਗੇ, ਪਰ ਉਹ ਭਾਈ ਸਾਹਿਬ ਸਿੰਘ ਨੇ ਨਹੀਂ ਨੇ ਕੀਤਾ, ਨਾ ਮੈਂ ਕਿਸੇ ਹੋਰ ਦਾ, ਉਹ ਤਾਂ ਮੈਂ ਤੁਹਾਨੂੰ ਦੱਸਦਾ ਹੈ ਕਿ ਵੀ there is one possibility, okay, another possibility। ਪਰ ਭਾਈ ਜੋਗਿੰਦਰ ਸਿੰਘ ਹੋਣੀ ਇਹਨੂੰ ਹੋਰ ਤਰ੍ਹਾਂ ਕੀਤਾ। ਉਹ ਕਹਿੰਦੇ ਹੈਗੇ ਆ ਵੀ ਜਿਹੜੇ ਬੰਦੇ ਹੈਗੇ ਆ ਬਾਤ ਨਹੀਂ ਪੁੱਛਦੇ ਹੈਗੇ ਉਹਦਾ, ਉਹ ਵੀ ਬੰਦੇ ਜਿਹੜੇ ਹੈਗੇ ਆ ਨਾ, ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਸਿਨਰਸ ਹੈਗੇ ਆ ਨਾ, ਉਹ ਸਿਨਰਸ ਵੀ ਜਿਹੜੇ ਹੈਗੇ ਆ ਉਹਨੂੰ ਵੀ ਉਹ ਦੋਸ਼ੀ ਠਹਿਰਾਉਂਦੇ ਹੈਗੇ ਆ। ਓਕੇ, ਉਹ ਕਹਿੰਦੇ ਹੈਗੇ ਵੀ ਇੰਨਾ ਮਾੜਾ ਬੰਦਾ ਹੈਗਾ ਵੀ ਇਹਨੇ ਰੱਬ ਨੂੰ ਬਿਲਕੁਲ ਹੀ ਨਹੀਂ ਯਾਦ ਕੀਤਾ, ਰੱਬ ਨੂੰ ਯਾਦ ਨਹੀਂ ਕਰਦਾ। ਅਸੀਂ ਆਮ ਗੱਲ ਕਹਿੰਦੇ ਆ ਵੀ ਉਹਦਾ ਕੀ ਵਿਸ਼ਵਾਸ ਕਰਨਾ, ਤਾਂ ਉਹਦਾ ਤਾਂ ਰੱਬ ਦੇ ਵਿੱਚ ਵੀ ਵਿਸ਼ਵਾਸ ਹੈ, ਜਾਂ ਉਹ ਤਾਂ ਰੱਬ ਨੂੰ ਮੰਨਦਾ ਹੀ ਨਹੀਂ ਹੈਗਾ। ਅਸੀਂ ਕਹਿੰਦੇ ਕਿ ਨਹੀਂ। ਇਹ ਜਿਹੜੀ ਲਾਈਨ ਹੈਗੀ ਇਹਦੇ ਵਿੱਚ ਇਹ ਪੁਆਇੰਟ ਆਊਟ ਕਰ ਰਹੇ ਹੈਗੇ ਵੀ ਜਿਹੜੇ ਉਹ ਦੋਸ਼ੀ ਵੀ ਹੈਗੇ ਆ ਨਾ ਇਹਨਾਂ ਦੇ ਵਿੱਚ, ਇਹਨਾਂ ਬੰਦਿਆਂ ਦੇ ਵਿੱਚ, even they actually accuse him are not remembering God. ਨਾਨਕ ਹੁਣ ਉਹਦੇ ਵਿੱਚ ਅੱਛਾ, ਮੈਂ ਉਹਦੇ ਵਿੱਚ ਤੁਹਾਨੂੰ ਦੋ ਐਗਜ਼ਾਮਪਲਾਂ ਵੀ ਦੇਵਾਂ ਜਿਹੜਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਿਆ ਸੀ। ਪਹਿਲਾਂ ਤਾਂ ਆ ਜਾਂਦਾ ਹੈਗਾ ਜਿਹੜਾ ਦੋਸ਼ੀ ਸੱਸੇ ਨੂੰ ਵਿਹਾਰੀ ਆ ਨਾ, ਜਿੱਥੇ ਵੀ ਕਿਤੇ ਵਿਹਾਰੀ ਹੋਵੇ ਜਾਂ ਇਟ ਕੈਨ ਬਿਕਮ ਐਕਚੁਅਲੀ ਐਨ ਆਬਜੈਕਟਿਵ ਕੇਸ, ਤਾਂ ਨਾਮ ਨੂੰ ਲੱਗੂਗਾ। ਹੁਣ ਉਹ ਕਹਿੰਦੇ ਆ ਢਾਡੀ ਸੱਚੇ ਮਹਿਲ ਬੁਲਾਇਆ, ਖਸਮ ਬੁਲਾਇਆ, ਢਾਡੀ ਨੂੰ ਆਪਣੇ ਘਰ ਦੇ ਵਿੱਚ ਵਾਹਿਗੁਰੂ ਨੇ ਸੱਦਿਆ, ਸੱਚੇ ਮਹਿਲ ਦੇ ਵਿੱਚ ਬੁਲਾ ਲਿਆ। ਹੁਣ ਇਹਦੇ ਵਿੱਚ ਆ ਗਿਆ ਢਾਡੀ ਨੂੰ, ਆ ਗਿਆ ਢਾਡੀ ਸੱਚੇ, ਵਾਹਿਗੁਰੂ ਨੇ ਸੱਚਾ, ਸੱਚ ਦਾ ਜਿਹੜਾ ਹੈਗਾ ਮਾਲਕ ਸੱਚੇ ਨੇ, ਉਹਨੇ ਢਾਡੀ ਨੂੰ ਆਪਣੇ ਮਹਿਲ ਦੇ ਵਿੱਚ ਬੁਲਾਇਆ। ਸਿੰਪਲ। ਇਹ ਹੁਣ ਕਰਮ ਕੇਸ ਸੀਗਾ, ਇਹ ਆਬਜੈਕਟਿਵ ਕੇਸ ਸੀਗਾ ਇਹਦੇ ਵਿੱਚ। ਓਕੇ, ਇਟਸ ਅ ਪੈਸਿਵ ਵੌਇਸ, ਰਿਟਨ ਇਨ ਪੈਸਿਵ ਵੌਇਸ। ਓਕੇ, ਹੁਣ ਦੂਜਾ ਜਿਹੜਾ ਮੈਂ ਦੱਸ ਰਿਹਾ ਹੈਗਾ ਭਾਈ ਜੋਗਿੰਦਰ ਸਿੰਘ ਉਹਨਾਂ ਦਾ, ਜਿੱਦਾਂ ਜੇ ਉਸ ਹਿਸਾਬ ਨਾਲ ਅਸੀਂ ਦੋਸ਼ੀ ਦੇਖੀਏ, ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ। ਹੁਣ ਇਹਦੇ ਵਿੱਚ ਲਿਖਿਆ ਵੀ ਢਾਡੀ ਜਿਹੜਾ ਹੈਗਾ ਵਾਹਿਗੁਰੂ ਦੇ ਗੁਣ ਹਰ ਰੋਜ਼ ਗਾਉਂਦਾ ਹੈਗਾ, ਤਾਂ ਉਹਨੇ ਆਪਣਾ ਜਿਹੜਾ ਮਨੁੱਖਾ ਜਨਮ ਜਿਹੜਾ ਸੀ ਉਹ ਸਵਾਰ ਲਿਆ। ਹੁਣ ਉਹ ਢਾਡੀ ਨੂੰ ਨਹੀਂ, ਹੋ ਹੁਣ ਢਾਡੀ ਜਿਹੜਾ ਹੈਗਾ ਇਸੇ ਨਾਮ, ਇਸੇ ਸਬਜੈਕਟ, ਇਸੇ ਨਾਮੀਨੇਟਿਵ ਕੇਸ, ਢਾਡੀ ਗੁਣ ਗਾਉਂਦਾ ਹੈ, ਮੈਂ ਆ ਕੰਮ ਕਰਦਾ, ਉਹ ਢਾਡੀ ਕੰਮ ਕਰ ਰਿਹਾ। ਸੋ ਇਸ ਕਰਕੇ grammatically both of them are right. Okay, now you have to see it, which one makes more sense to me. You know, actually by Jatinder Singh ji the interpretation makes more sense
क्योंकि दूए में जरा हैगा आई कैनॉट इवन इमेजिन वाई वुड वी से दैट वाहिगुरू जरा हैगा वो किसी भी पनिशमेंट देता या करता हैगा क्योंकि ਉਹਦੇ ਦੇ ਵਿੱਚ ਤਾਂ ਪਿਆਰ ਹੈਗਾ ਜਦ ਉਹਨੂੰ ਮਿਲ ਗਿਆ ਜਦ ਉਹਨੂੰ ਦੇਖ ਹੀ ਲਿਆ ਵਾਹਿਗੁਰੂ ਨੂੰ ਹੀ ਵੀ ਜਿਹੜਾ ਕਲੀਅਰ ਲਿਬਰੇਸ਼ਨ ਉਹ ਤਾਂ ਬਲਿਸ ਦੇ ਵਿੱਚ ਚਲੇ ਗਿਆ ਹੀ ਵੋਂਟ ਇਵਨ ਐਕਚੁਅਲੀ ਹੈਵ ਟੂ ਐਕਚੁਅਲੀ ਸਫਰ ਉਹ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਰਵਾਨ ਤੇ ਆਲੂ ਮਗਲੀ ਲਾਈਨ ਇਹਦੇ ਉੱਤੇ ਆ ਗਿਆ ਨਾਨਕ ਮੈਂ ਦੱਸਿਆ ਜੇ ਕੱਲ ਨੂੰ ਔਂਕੜ ਨਹੀਂ ਲਗਾਏਗਾ ਤਾਂ ਦੈਟ ਮੀਨਸ ਯੂ ਨੋ ਹੇ ਨਾਨਕ ਨਾਨਕ ਜੀ ਨੇ ਸ਼ਾਪ ਲਾ ਕੇ ਕੀਤੀ ਹੈਗੀ ਆ ਵੀ ਨਾਨਕ ਜੀ ਦੀ ਜੋਤ ਵੱਲੋਂ ਇਹ ਕਿਹਾ ਗਿਆ ਹੈਗਾ ਕੀ ਕਿਹਾ ਗਿਆ ਨਾਨਕ ਨਿਰਗੁਣ ਗੁਣ ਕਰੇ ਜਿਹੜੇ ਹੈਗੇ ਆ I should not say virtuous, you know, more like non-virtuous person. Okay? ਨਿਰਗੁਣ ਨੂੰ ਗੁਣ ਕਰੇ he give virtue. ਵਾਹਿਗੁਰੂ ਹੀ ਦੇਣ ਵਾਲਾ ਹੋਰ ਤਾਂ ਕੋਈ ਨਹੀਂ ਹੈਗਾ ਦਾਤ ਕਰਨ ਵਾਲਾ ਕੋਈ ਵੀ ਨਹੀਂ ਗੁਣਾਂ ਦੀ ਆਪਾਂ ਪਿੱਛੇ ਵੀ ਗੱਲ ਕੀਤੀ ਹੈਗੀ ਤਾਂ ਹੀ ਮੈਂ ਉਹਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਸੀ ਓਕੇ ਸੋ ਨਾਨਕ ਨਿਰਗੁਣ ਗੁਣ ਕਰੇ ਹੁਣ ਇਹ ਬੰਦਾ ਜਿਹੜਾ ਹੈਗਾ ਜਿਹਨੇ ਆ ਸਾਰਾ ਕੁਝ ਭੁਲਾ ਦਿੱਤਾ ਵੀ ਦਾਤ ਮਿਲੀ ਵੀ ਸੀਗੀ ਇਜ਼ ਇਟ ਨਾਟ ਗੁਣ ਉਹਦੇ ਵਿੱਚ ਗੁਣ ਨਹੀਂ ਹੈਗਾ ਓਕੇ ਵਾਹਿਗੁਰੂ ਉਹਨੂੰ ਵੀ ਬਖਸ਼ ਦਿੰਦਾ ਹੈਗਾ ਸੋ ਇਸੇ ਕਰਕੇ ਅਗੇਨ ਦੋਸ਼ੀ ਦੋਸਤ ਧਰੇ ਵਾਲਾ ਜਿਹੜਾ ਹੈਗਾ ਨਾ ਇਟ ਡੋਨਟ ਮੇਕ ਸੈਂਸ ਟੂ ਮੀ ਉਹ ਤਾਂ ਬਖਸ਼ਿੰਦਿਆ ਥਾਂ ਥਾਂ ਦੇ ਉੱਤੇ ਲਿਖਿਆ ਹੈਗਾ ਉਹ ਤਾਂ ਬਖਸ਼ਿਸ਼ ਕਰ ਦਿੰਦਾ all you got to do is follow the rules ਜੇ ਤੁਸੀਂ ਇੱਕ ਗੁਰ ਦੀ ਸਿੱਖ ਸੁਣ ਲਈ ਸਿੱਖਿਆ ਸੁਣ ਲਈ ਵੀ ਮੈਨੂੰ ਉਹ ਭੁੱਲੇ ਨਾ ਮੈਨੂੰ ਸਦਾ ਯਾਦ ਰਹੇ ਜਿਹੜਾ ਦਾਤਾ ਦਿੰਦਾ ਹੈਗਾ ਜਦੋਂ ਤੁਸੀਂ ਉਹ ਭੁੱਲੇ ਨਹੀਂ ਇਹਦਾ ਮਤਲਬ ਗੁਰੂ ਦੀ ਸਿੱਖਿਆ ਸੁਣ ਲਈ ਗੁਰੂ ਪ੍ਰਸੰਨ ਹੋ ਗਿਆ ਗੁਰੂ ਪ੍ਰਸੰਨ ਹੋ ਗਿਆ ਤਾਂ ਉਹ ਵੀ ਪ੍ਰਸੰਨ ਹੋ ਗਿਆ ਨਹੀਂ ਤਾਂ ਤੁਹਾਨੂੰ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਜਿਹੜੇ ਉਹਨਾਂ ਦੇ ਵਿੱਚ ਵੀ ਮਾੜੇ ਬੰਦੇ ਹੈਗੇ ਆ ਉਹਨਾਂ ਦੇ ਵੀ ਉਹਨੂੰ ਦੋਸ਼ੀ ਕਹਿਣਾ ਹੈਗਾ ਵੀ ਇਹ ਤਾਂ ਕਿਰਤ ਖਾਣਿਆ ਵੀ ਇਹਨੂੰ ਤਾਂ ਇਹ ਤਾਂ ਰੱਬ ਦਾ ਵੀ ਨਹੀਂ ਮੰਨਦਾ ਹੈਗਾ ਤਾਂ ਇਹਨੇ ਹੋਰ ਕਿਸੇ ਦੀ ਕੀ ਕੇਅਰ ਕਰਨੀ ਹੈ ਵਾਈ ਵੁੱਡ ਹੀ ਡੂ ਐਨੀਥਿੰਗ ਗੁਣਵੰਤ ਆ ਗੁਰਦੇ ਤੇ ਜਿਹੜੇ ਗੁਣਾਂ ਵਾਲੇ ਹੈਗੇ ਆ ਉਹਨਾਂ ਨੂੰ ਵੀ ਉਹ ਹੋਰ ਗੁਣ ਦਿੰਦਾ ਹੈਗਾ ਜਿਹੜੇ ਯਾਦ ਵੀ ਕਰਦੇ ਹੈਗੇ ਆ ਉਹ ਗੁਣਵੰਤ ਜਿਨ੍ਹਾਂ ਦੇ ਗੁਣ ਹੈਗੇ ਆ ਚੰਗਾ ਕੰਮ ਕਰਦੇ ਆ ਕਮਾਈ ਕਰਦੇ ਹੈਗੇ ਆ ਓਨੈਸਟ ਲਿਵਿੰਗ ਹੈਗੀ ਆ ਉਹਨਾਂ ਦੀ ਉਹਨਾਂ ਨੂੰ ਗੁਣ ਦਿੱਤੇ ਆ ਵਾਹਿਗੁਰੂ ਦੀ ਬਖਸ਼ਿਸ਼ ਆ ਗੁਣ ਜਿਹੜੇ ਹੈਗੇ ਉਹਨੇ ਦਿੱਤੇ ਆ ਉਹਨਾਂ ਨੂੰ ਹੋਰ ਵੀ ਗੁਣ ਦੇ ਦਿੰਦਾ ਹੈਗਾ ਇੱਥੇ ਤਾਂ ਵੀ ਦੇ ਦਿੰਦਾ ਫਿਰ ਉਹਨਾਂ ਦੇ ਮੱਤ ਦੇ ਵਿੱਚ ਜਿਹੜੇ ਰਤਨ ਜਵਾਹਰ ਮਾਨਿਕ ਜਿਹੜੇ ਆ ਜਾਂਦੇ ਹੈਗੇ ਆ ਨਾ ਉਹ ਸਾਰੇ ਫਿਰ ਉਹਨਾਂ ਨੂੰ ਉਹਦੇ ਵਿੱਚੋਂ ਲੱਭ ਪੈਂਦੇ ਹੈਗੇ ਆ ਉਹਨਾਂ ਨੂੰ ਇਨ ਐਡੀਸ਼ਨ ਹੀ ਕੈਨ ਐਕਚੁਅਲੀ ਹੁਣ ਉਹ ਕਹਿੰਦੇ ਤੇਹਾ ਕੋਈ ਨਾ ਸੁਝੀ ਤੇਹਾ ਹੁਣ ਤੇਹਾ ਜਿਹੜਾ ਹੈ ਕਿਹਨੂੰ ਰੈਫਰ ਕਰ ਰਿਹਾ ਹੈ ਵਾਹਿਗੁਰੂ ਵਰਗਾ ਓਕੇ ਤੇਹਾ ਰਿਫਰਿੰਗ ਟੂ ਵਾਹਿਗੁਰੂ ਕੋਈ ਨਾ ਸੁਝੀ ਹੁੰਦਾ ਵੇ the one you cannot even think of okay no one else is like him nobody is like him ਵੀ ਜਿਹੜਾ ਇਹਨਾਂ ਨੂੰ ਵੀ ਗੁਣ ਦੇ ਸਕੇ ਗੁਣਾਂ ਵਾਲਿਆਂ ਨੂੰ ਵੀ ਤਾਂ ਨਾਲ ਜਿਹੜਾ ਹੈਗਾ ਨਿਰਗੁਣ ਭਾਵਾਂ ਜਿਹੜਾ ਨਹੀਂ ਸੀ ਰੱਬ ਨੂੰ ਉਹਨੂੰ ਵੀ ਜਿਹੜਾ ਗੁਣ ਦੇ ਸਕੇ ਓਕੇ ਉੱਦਾਂ ਦਾ ਉਹ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਹੁਣ ਸ਼ਾਪ ਲਾ ਕੇ ਕਹਿ ਰਹੇ ਆ ਕਹਿੰਦੇ ਮੈਨੂੰ ਤਾਂ ਨਹੀਂ ਕੋਈ ਵੀ ਇਦਾਂ ਦਾ ਦਿਸਦਾ I do not see anybody like him ਜੇ ਤਿਸ ਗੁਣ ਕਰੇ ਤਾਂ ਨਾਲ ਹੁਣ ਇਹਦੇ ਵਿੱਚ ਕਹਿਤਾ ਤਿਸ ਹੁਣ ਕਿਹਨੂੰ ਗੁਣ ਕਰੇ ਹੁਣ ਜੇ ਅਸੀਂ ਇੱਥੇ ਤਿਸ ਜਿਹੜਾ ਹੈਗਾ ਉਹ ਨਹੀਂ ਕਰਨਾ ਹੈਗਾ ਜਿੱਥੇ ਜਿਹੜਾ ਅਸੀਂ ਕਿਹਾ ਸੀਗਾ ਜਸ ਕੀ ਨੇ ਕੀਤਾ ਜਿਹੜਾ
ਆਹ ਬੰਦਾ ਹੈਗਾ ਜਿਹੜਾ ਨਿਰਗੁਣ ਹੈਗਾ, ਜਿਹੜਾ ਕਿਰਤਕਣ ਹੈਗਾ, ਜਿਹੜਾ ਉਹਨੂੰ ਵੀ ਗੁਣ ਦੇ ਦਿੰਦਾ ਹੈਗਾ। ਇਸੇ ਕਰਕੇ ਮੇਡ lot more sense to me ਵੀ ਆਹ ਜਿਹੜਾ ਦੋਸ਼ੀ ਹੈਗਾ is not a objective case, it's a nominative case। ਦੋਸ਼ੀ ਜਿਹੜਾ ਹੈਗਾ ਉਹਨੂੰ ਕਿਹਾ ਹੈਗਾ ਕਿ ਜਿਹੜਾ ਬੰਦਾ ਜਿਹੜਾ ਇਸ ਦਾ ਨਾਮ ਤੇ ਉਸ ਦੋਸ਼ੀ ਨੂੰ ਨਾਲ ਨਹੀਂ ਲਾਉਣਾ ਹੈਗਾ। ਦੋਸ਼ੀ ਜਿਹੜਾ ਹੈਗਾ ਉਹ ਆਮ ਸੌਰੀ ਮੈਂ ਕਹਤਾ ਉਹ ਨਹੀਂ ਹੈਗਾ ਬੰਦਾ ਜਿਹੜਾ ਇਦਾਂ ਕਰ ਰਿਹਾ। ਇਹ ਦੋਸ਼ੀ ਉਹ ਆ ਵੀ ਜਿਹੜੇ ਬਾਕੀ ਵੀ ਬੰਦੇ ਹੈਗੇ ਆ, ਜਿਹੜਾ ਉਹਨਾਂ ਦੇ ਵਿੱਚ ਵੀ ਕੋਈ ਸਿਨਰ ਹੈਗਾ, ਉਹ ਵੀ ਉਹਨੂੰ ਦੋਸ਼ੀ ਠਹਿਰਾਉਂਦਾ ਹੈਗਾ, ਉਹੀ ਉਹਨੂੰ ਦੋਸ਼ੀ ਠਹਿਰਾਉਂਦਾ ਹੈਗਾ। ਤੇ ਹਾਂ ਕੋਈ ਨਾ ਸੋਚੀ ਜੇ ਤੇ ਸੁਗੁਣ ਹੋਏਗਾ। ਇਹ ਸੀਗਾ ਅੱਜ ਦੀ 7ਵੀਂ ਪੌੜੀ। ਹੁਣ ਮੈਂ ਇੱਕ ਵਾਰੀ ਸਾਰਾ ਜਿਹੜਾ ਹੈਗਾ ਇੰਗਲਿਸ਼ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹੈਗਾ। ਪਹਿਲਾ ਜੇ ਜੋ ਵਿਚਾਰੇ ਆਰਜਾ ਹੋਰ ਤੋਂ ਸੁਣੀ ਹੋਏ। If a mortal's age is prolonged to be of 4 ages, Job's, or even 10 times more, continuation, if he or she becomes known in the 9 parts of the world or throughout the world, and everybody follows him or her, changa naam rakhaye ke jas kirat jag le, and if he or she by earning a good name obtains praise and fame in the world, ये सारा कुछ मिल भी जावे, but if she or he would not fall under the graceful glance of God, जे उदी नजर दे थले नहीं आया है, then no one care for him or her, किसी ने भी उदी केयर नहीं करनी। ਫਿਰ ਕੀ ਹੁੰਦਾ ਹੈਗਾ, ਜਿਹੜੇ ਕੇਅਰ ਨਹੀਂ ਕਰਦੇ ਹੈਗੇ ਉਹਦੀ, ਹੁਣ ਉਹਨਾਂ ਦੀ ਗੱਲ ਹੋ ਰਹੀ ਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਵਿੱਚ ਜਿਹੜੇ ਸਿਨਰ ਵੀ ਹੈਗੇ, ਈਵਨ ਦਾ ਸਿਨਰ ਤੋਂ ਮੰਗਦਾ। ਓਕੇ, ਈਵਨ ਦਾ ਸਿਨਰਸ thinking of him as the lowly worm holds him guilty। ਉਹਨੂੰ ਕਹਿੰਦੇ ਵੀ ਇਹ ਉਹਦੇ ਤੇ ਦੋਸ਼ ਲਾਉਂਦੇ ਵੀ ਗਲਤੀ ਆ, ਵੀ ਇਹਨੇ ਦਾਤੀ ਦਾਤਾਂ ਦਿੱਤੀਆਂ ਸੀਗੀਆਂ ਤਾਂ ਹੀ ਇਜ਼ ਨਾਟ ਰਿਮੈਂਬਰਿੰਗ ਇਟ। ਉਹਨੂੰ ਕਹਿੰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਇਹ ਨਾਨਕ God bestows virtues on the non-virtuous mortal and even grants virtues to the virtuous mortals। They are going to say, I cannot think of anyone else like him who can bestow virtue on the non-virtuous person। So ਹੁਣ ਇਹਦੇ ਵਿੱਚ ਕੋਈ ਵੀ ਸਵਾਲ ਹੈਗਾ 6ਵੀਂ ਜਾਂ 7ਵੀਂ ਪੌੜੀ? Just a question about pronunciation. Now, is that ever pronounced with a bindi? ਚੰਗਾ ਨਾਉ ਰਖਾਏਗਾ। ਹਾਂ ਨਾਉ ਜਿਹੜਾ ਹੈਗਾ ਇਹਦੇ ਉੱਤੇ ਬਿੰਦੀ ਹੋਣੀ ਚਾਹੀਦੀ। ਮੈਨੂੰ ਵੀ ਉਹ ਪਾਉਣਾ ਚਾਹੀਦਾ। ਮੈਂ ਪਰ ਇਹ ਦੋਏ ਤਰ੍ਹਾਂ ਮੈਂ ਦੇਖਿਆ ਗਿਆ। ਭਾਈ ਜੋਗਿੰਦਰ ਸਿੰਘ ਉਹਨਾਂ ਦੀਆਂ ਮੈਂ ਬਿੰਦੀਆਂ ਪੋਸਟ ਵੀ ਦੇਦਾ ਉਹਨਾਂ, ਜਿੱਥੇ ਕਿਤੇ ਵੀ ਨਾਉ ਆਉਂਦਾ ਹੈਗਾ ਨਾ ਤੇ ਹੀ has actually some places said people bindi and some places not। ਸੋ ਮੈਂ ਉਹਦੇ ਤੋਂ ਇਹ ਕਨਕਲੂਡ ਕੀਤਾ ਸੀ ਕਿ ਜਦ ਤੁਸੀਂ ਪ੍ਰੋਨਾਉਂਸ ਹੀ ਕਰਦੇ ਆ ਨਾ ਵੀ ਨਾਮ ਵੀ ਉੱਦਾਂ ਤੁਸੀਂ ਬਿੰਦੀ ਨਾਲ ਹੀ ਕਹਿੰਦੇ ਹਾਂ ਜਿੱਦਾਂ ਅਸੀਂ ਕਹੀਦਾ ਹੈਗਾ। ਸੋ ਇਟ ਸ਼ੁੱਡ ਬੀ ਬਿੰਦੀ ਆਪਦੇ ਬਿੰਦੀ ਹੋਣੀ ਚਾਹੀਦੀ। ਤਾਂ ਆਲ ਪੁੱਟ one with that one too, so that is consistent with what I'm pronouncing। More okay, ਅਗਲੀ ਵਾਰ ਨੂੰ ਹੁਣ ਆਪਾਂ ਸੁਣਿਆਂ ਦੀਆਂ ਪੌੜੀਆਂ ਸ਼ੁਰੂ ਕਰਨੀਆਂ। ਤਾਲ ਗੋ ਥਰੂ ਆਲ 4 ਆਫ them, ਕਿਉਂਕਿ ਹੈ ਨਾ ਉਹਦੇ ਮਗਲੀਆਂ ਲਾਈਨਾਂ 4 ਹੀ ਪੌੜੀਆਂ ਦੇ ਵਿੱਚ ਇੱਕੋ ਆ ਜਾਣੀਆਂ ਤੇ ਬਾਕੀ ਜਿਹੜੇ ਹੁਣੇ ਹੈਗੇ ਆ ਵੀ ਆਲ ਐਕਚੁਅਲੀ ਗੋ ਥਰੂ ਜਵਾਨ ਠੀਕ ਹੈ। ਇੱਕ ਵਾਰੀ ਇੱਕ ਮਗਲੀ ਲਾਈਨ ਲੰਮੀ ਕਰਕੇ ਤਾਂ
ਵਿਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।